सतनाम वाहिगुरु साहिब जी। सिख मत सब बुद्ध तुम्हारी, मंदिर छावा तेरे। तुद बिन अवर न जाना मेरे साहिबा, गुण गावा नित तेरे। जी जंत सब शरण तुम्हारी, सर्ब चिंत तुद पासे। जो तुद भावै सोई चंगा, एक नानक की अरदासे। क्या जाना किव मरहेंगे, कैसा मरना होए। जेकर साहिब मनो न विसरै, तां सहला मरना होए। मरने ते सब जगत डरै, जीविया लोड़े सब कोए। गुर प्रसादी जीवत मारै, हुक्मै बूझै सोए। नानक ऐसी मरनी जो मरै, तां सद जीवन होए। नानक ऐसी मरनी जो मरै, तां सद जीवन होए। परम सन्मान योग चवर छतर तख्त दे मालक सतगुरु गुरु ग्रंथ साहिब जी दी हजूरी विच चार साहिबजादे, सत्कारयोग माता जी ਅਤੇ ਹੋਰ ਬੇਅੰਤ ਗੁਰਸਿੱਖ ਸ਼ਹੀਦਾਂ ਦੀ ਸ਼ਹਾਦਤ ਨੂੰ ਸਮਰਪਿਤ ਗੁਰੂ ਦਰਬਾਰ ਵਿੱਚ ਜੁੜ ਬੈਠੇ ਗੁਰੂ ਪਿਆਰੇ ਸਤ ਸੰਗੀ ਜਨੋ, ਸਤਿਗੁਰਾਂ ਦੀ ਹਜ਼ੂਰੀ 'ਚ ਬੈਠ ਆਪ ਸੰਗਤ ਨੇ ਗੁਰੂ ਸਾਹਿਬ ਜੀ ਦੇ ਅੰਮ੍ਰਿਤ ਬਚਨਾਂ ਦੇ ਕੀਰਤਨ ਅਤੇ ਵਿਚਾਰ ਸ਼ਰਵਣ ਕੀਤੀ ਹੈ। ਆਓ ਯਤਨ ਕਰੀਏ ਉਹਨਾਂ ਮਹਾਨ ਗੁਰਸਿੱਖ ਪਿਆਰਿਆਂ ਦੀ ਗੁਰੂ ਕੇ ਲਾਲਾਂ ਦੀ ਜੀਵਨੀ ਵਿੱਚੋਂ ਕੁਝ ਅੰਸ਼ ਆਪਾਂ ਸਾਂਝੇ ਕਰ ਸਕੀਏ। ਆਪ ਸਰਬੱਤ ਸੰਗਤ ਜੋ ਗੁਰੂ ਦਰਬਾਰ ਵਿੱਚ ਬੈਠੇ ਹੋ, ਅਸੀਸ ਬਖਸ਼ਦਿਆਂ ਗੁਰ ਫਤਿਹ ਪ੍ਰਵਾਨ ਕਰੋ ਔਰ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਜੀ, ਜਿਨ੍ਹਾਂ ਦੀ ਜੀਵਨੀ ਦਾ ਸੰਘਰਸ਼ ਸਾਡੇ ਸਨਮੁਖ ਬਾਰ-ਬਾਰ ਸਾਨੂੰ ਝੰਜੋੜਦਾ ਹੈ। ਸ਼ੁਰੂਆਤੀ ਤੌਰ ਤੇ ਇੱਕ ਬੇਨਤੀ ਕਰਨੀ ਚਾਹਨਾ, ਭਾਰਤੀ ਸੰਸਕ੍ਰਿਤੀ ਦੇ ਇਤਿਹਾਸ ਵਿੱਚੋਂ ਜੇ ਗੁਰੂ ਨਾਨਕ ਸਾਹਿਬ ਦੇ ਘਰ ਦੇ ਇਤਿਹਾਸ ਨੂੰ ਮਨਫੀ ਕਰ ਦਿੱਤਾ ਜਾਏ, ਇੱਕ ਪਾਸੇ ਕਰ ਦਿੱਤਾ ਜਾਏ, ਤੇ ਉੱਤਰ ਭਾਰਤ ਦੇ ਜਿਤਨੇ ਵੀ ਖਿੱਤੇ ਦੀ ਸਿਰਜਣਾ ਹੈ ਉੱਥੇ ਫਿਰ ਕੁਝ ਬਚਦਾ ਨਹੀਂ ਹੈ। ਸਾਰੀ ਦਾਸਤਾਨ ਗੁਰੂ ਨਾਨਕ ਸਾਹਿਬ ਦੇ ਘਰ ਦੇ ਆਲੇ ਦੁਆਲੇ ਘੁੰਮਦੀ ਹੈ। ਹਿੰਦੁਸਤਾਨ ਦੀ ਧਰਤੀ ਤੇ ਸਫ਼ਰ ਕਰਨ ਵਾਲੇ ਲੋਕਾਂ ਨੂੰ ਗੁਲਾਮੀ ਦੀਆਂ ਜੰਜੀਰਾਂ ਨੂੰ ਤੋੜ ਕੇ ਗੁਰੂ ਨਾਨਕ ਸਾਹਿਬ ਨੇ ਆਜ਼ਾਦੀ ਦਾ ਅਹਿਸਾਸ ਕਰਾਇਆ ਤੇ ਆਜ਼ਾਦ ਪੰਛੀਆਂ ਦੀ ਤਰ੍ਹਾਂ ਉਡਾਰੀ ਮਾਰਨ ਵਾਸਤੇ ਪ੍ਰੇਰਨਾ ਵੀ ਦਿੱਤੀ, ਤੇ ਨਾਲ ਦੀ ਨਾਲ ਲੋਕਾਂ ਨੂੰ ਸੁਚੇਤ ਕਰਦਿਆਂ ਅਗਲ ਵਾਂਢੀ ਹੋ ਕੇ ਆਪ ਤੁਰ ਕੇ ਕਿਹਾ, ਆਓ ਉਸ ਕਾਫਲੇ ਦਾ ਹਿੱਸਾ ਬਣੀਏ ਜਿੱਥੇ ਸੱਚ ਦੀ ਬਾਤ ਹੋਵੇ, ਜਿੱਥੇ ਇਨਸਾਫ ਦੀ ਗੱਲ ਹੋਵੇ,
ਜਿੱਥੇ ਮਨੁੱਖੀ ਅਧਿਕਾਰ ਤੇ ਮਨੁੱਖੀ ਹੱਕਾਂ ਦਾ ਜ਼ਿਕਰ ਹੋਵੇ, ਜਿੱਥੇ ਅਸੀਂ ਆਪਣੇ ਆਪੇ ਨੂੰ ਸਾਂਭ ਸਕੀਏ, ਆਪਣੀ ਇਨਸਾਨੀ ਹੋਂਦ ਦੀ ਸੁਤੰਤਰਤਾ ਦਾ ਜਿੱਥੇ ਜ਼ਿਕਰ ਕਰ ਸਕੀਏ। ਬਾਣੀ ਦਾ ਇੱਕ ਬਚਨ ਹੈ, ਵੇਖੋ ਧਰਮ ਦਾ ਵਿਸ਼ਾ ਆਪਣੀ ਥਾਂ ਹੈ, ਪਰ ਗੁਰੂ ਨਾਨਕ ਸਾਹਿਬ ਜੀ ਦੇ ਘਰ ਨੇ ਕਿਹਾ, ਜੇ ਤੂੰ ਇਨਸਾਨੀ ਤੌਰ ਤੇ ਆਪਣੇ ਹੱਕਾਂ ਪ੍ਰਤੀ ਸੁਚੇਤ ਨਹੀਂ ਤੇ ਇਹਦਾ ਅਰਥ ਹੈ ਸੰਸਾਰ ਅੰਦਰ ਤੂੰ ਮਰਿਆਂ ਵਾਲੀ ਜ਼ਿੰਦਗੀ ਜਿਉ ਰਿਹਾ। ਬਾਣੀ ਦਾ ਇੱਕ ਬਚਨ ਹੈ, ਗੁਰੂ ਸਾਹਿਬ ਜੀ ਨੇ ਉਹਨੂੰ ਇਸ ਢੰਗ ਦੇ ਨਾਲ ਪੇਸ਼ ਕੀਤਾ। ਸਾਡੇ ਕੋਲ 36 ਪ੍ਰਕਾਰ ਦੇ ਪਦਾਰਥ ਆ, ਸਭ ਕੁਝ ਹੈ। ਮੇਰਾ ਬਾਬਾ ਕਹਿੰਦਾ, ਜੇ ਇੱਜ਼ਤ ਨਹੀਂ ਤੇ ਉਹਨਾਂ 36 ਪ੍ਰਕਾਰ ਦੇ ਪਦਾਰਥਾਂ ਦਾ ਕੋਈ ਅਰਥ ਨਹੀਂ। ਜੇ ਕੋਈ ਤੇਰੀ ਪੱਤ ਲੁੱਟ ਕੇ ਲੈ ਜਾਏ, ਤੂੰ 36 ਪ੍ਰਕਾਰ ਦੇ ਪਦਾਰਥ ਛਕਦਾ ਹੈ, ਉਹ ਖਾਣਾ ਹਰਾਮ ਦਾ ਖਾਣਾ ਹੈ। ਬਾਣੀ ਦਾ ਬਚਨ ਹੈ ਜੀ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਗੁਰੂ ਗ੍ਰੰਥ ਸਾਹਿਬ ਜੀ ਦੇ ਫਲਸਫੇ ਨੇ ਇਨਸਾਨ ਨੂੰ ਆਜ਼ਾਦੀ ਦਾ ਅਹਿਸਾਸ ਕਰਾਇਆ। ਇੱਕ ਛੋਟੀ ਜੀ ਗੱਲ ਮੈਂ ਕਹਿਣੀ ਚਾਹਨਾ। ਕਰਤਾਰ ਸਿੰਘ ਸਰਾਭਾ ਦੇ ਇੱਕ ਨੁਕਤਾ ਹੈ, ਆਪਾਂ ਸਾਹਿਬਜ਼ਾਦਿਆਂ ਦੀ ਜੀਵਨੀ ਚੋਂ ਕੁਝ ਅੰਸ਼ ਦੇਖਾਂਗੇ। ਕਰਤਾਰ ਸਿੰਘ ਸਰਾਭਾ ਬਰਕਲੀ ਯੂਨੀਵਰਸਿਟੀ ਪੜ੍ਹਦਾ ਸੀ। ਲਿਖਣ ਵਾਲਿਆਂ ਨੇ ਉਹਦੇ ਬਾਬਤ ਬਹੁਤ ਕੁਝ ਲਿਖਿਆ। ਉਹ ਇੱਕ ਚਿੱਠੀ ਇਤਿਹਾਸਕਾਰ ਮੰਨਦੇ ਆ ਵੀ ਉਹਨੇ ਆਪਣੀ ਮੰਗੇਤਰ ਨੂੰ ਘੱਲੀ। ਉਹਦੇ ਚ ਲਿਖਦਾ ਹੈ, ਸਾਨੂੰ ਆਜ਼ਾਦੀ ਦਾ ਚਾਅ ਬੜਾ ਹੈ। ਵੈਸੇ ਜਦੋਂ ਅਸੀਂ ਸ਼ਾਇਰਾਨਾ ਅੰਦਾਜ਼ ਵਿੱਚ ਕਿਸੇ ਵੀ ਚੀਜ਼ ਨੂੰ ਤੱਕਦੇ ਹਾਂ ਤੇ ਤੁਹਾਨੂੰ ਅਹਿਸਾਸ ਹੋਏਗਾ, ਆਜ਼ਾਦੀ ਇੱਕ ਐਸੀ ਤਾਕਤਵਰ ਚੀਜ਼ ਹੈ, ਜਿਸ ਵੇੜੇ ਦਾ ਸ਼ਿੰਗਾਰ ਬਣ ਜਾਏ, ਉਸ ਵੇੜੇ ਦਾ ਮਾਹੌਲ ਬਦਲ ਕੇ ਰੱਖ ਦਿੰਦੀ। ਗੁਲਾਮੀ 'ਚ ਬੈਠੇ ਹੋ ਲੋਕ ਇਸ ਗੱਲ ਨੂੰ ਨਹੀਂ ਸਮਝ ਸਕਦੇ। ਸ਼ਬਦ ਸਾਨੂੰ ਸੁਰਤ ਕਰਕੇ ਆਜ਼ਾਦ ਕਰਦਾ ਹੈ, ਤੇ ਜਿਸ ਦਿਨ ਸ਼ਬਦ ਦੀ ਗੁਰੂ ਨਾਨਕ ਸਾਹਿਬ ਦੇ ਫਲਸਫੇ ਦੀ ਛਤਰ ਛਾਇਆ ਹੇਠ ਗੁਰੂ ਗ੍ਰੰਥ ਸਾਹਿਬ ਦੀ ਤਾਬਿਆ ਬਹਿ ਕੇ ਸਿੱਖ ਸੁਰਤ ਕਰਕੇ ਆਜ਼ਾਦ ਹੋ ਜਾਏਗਾ, ਸਰੀਰਕ ਆਜ਼ਾਦੀ ਲਈ ਉਹਦਾ ਸੰਘਰਸ਼ ਮੁਕੰਮਲ ਰਹੇਗਾ। ਸਭ ਤੋਂ ਪਹਿਲਾਂ ਤੇ ਮਾਨਸਿਕ ਆਜ਼ਾਦੀ ਹੈ। ਉਹ ਲਿਖਦੇ, ਕਹਿੰਦਾ ਮੇਰੇ ਨਾਲ ਦੇ ਵੀ ਬਹੁਤੇ ਸਾਥੀ ਨੇ, ਕਹਿੰਦੇ ਅਸੀਂ ਵੀ ਆਜ਼ਾਦੀ ਦੇ ਘੁਲਾਟੀਏ ਬਣਨਾ ਹੈ, ਅਸੀਂ ਵੀ ਆਜ਼ਾਦੀ 'ਚ ਸੰਘਰਸ਼ ਵਿੱਚ ਹਿੱਸਾ ਲੈਣਾ ਹੈ। ਪਰ ਕਹਿੰਦਾ ਗੱਲਾਂ ਬਹੁਤ ਕਰਦੇ ਆ, ਥੋੜੇ ਚਿਰ ਬਾਅਦ ਉਹ ਬੰਦੇ ਪਲਟਦੇ ਦੇਖੇ ਆ ਤੇ ਉਹ ਅੱਗੋਂ ਫਿਰ ਚਿੱਠੀ ਪਾ ਕੇ ਸਵਾਲ ਪੁੱਛਦੀ ਆ ਵੀ ਕਾਰਨ ਕੀ ਹੈ। ਉਹ ਕਹਿੰਦਾ ਉਹ ਡਰ ਜਾਂਦੇ ਆ ਜਦੋਂ ਉਹਨਾਂ ਦਾ ਅੰਗਰੇਜ਼ਾਂ ਦਾ ਫਾਂਸੀ ਦਾ ਰੱਸਾ ਉਹਨਾਂ ਨੂੰ ਸਾਹਮਣੇ ਦਿਸਦਾ। ਫਿਰ ਉਹ ਕਹਿੰਦੀ ਤੇਰੇ 'ਚ ਕੀ ਹੈ। ਲਿਖਾਰੀ ਨੇ ਆਪਣੇ ਸ਼ਬਦਾਂ 'ਚ ਲਿਖਿਆ, ਉਹ ਕਹਿੰਦਾ ਮੇਰੇ ਕੋਲ ਉਹ ਸਰਮਾਇਆ ਹੈ ਜਿਸ ਸਰਮਾਏ ਨੂੰ ਮੈਂ ਹਮੇਸ਼ਾ ਆਪਣੀ ਜ਼ਿੰਦਗੀ 'ਚ ਸਾਂਭ ਕੇ ਰੱਖਾਂ। ਉਹਨਾਂ ਕੋਲ ਸਾਹਿਬਜ਼ਾਦਿਆਂ ਦੀ ਇਤਿਹਾਸ ਦੀ ਬਾਤ ਨਹੀਂ ਤੇ ਮੇਰੇ ਕੋਲੋਂ ਆਪਣੇ ਬਾਬਿਆਂ ਦੀ ਬਾਤ ਹੈ। ਸਪੇਟ ਉੱਥੋਂ ਲੱਭਦੀ ਹੈ ਜੀ। ਗੁਰੂ ਨਾਨਕ ਸਾਹਿਬ ਦਾ ਘਰ ਅੱਜ ਜਿਤਨਾ ਵੀ ਸੰਘਰਸ਼ ਹੁੰਦਾ ਹੈ, ਵੇਖੋ ਕਮਿਊਨਿਜ਼ਮ ਇੱਕ ਐਸਾ ਪੱਖ ਸੀ, ਕਾਮਰੇਡੀ ਸਿਸਟਮ ਜਿਹੜਾ ਪੰਜਾਬ ਤੇ ਬਹੁਤ ਹਾਵੀ ਰਿਹਾ। ਠੀਕ ਹੈ, ਉਹਨਾਂ ਦੀਆਂ ਕਈ ਗੱਲਾਂ ਸਮਾਜਿਕ ਪੱਖ ਤੇ ਚੰਗੀਆਂ ਵੀ ਨੇ। ਨਾਸਤਿਕਤਾ ਨੇ ਬਹੁਤ ਜ਼ੋਰ ਲਾਇਆ ਵੀ ਇਸ ਸਮੁੱਚੇ ਮੋਰਚੇ ਦਾ ਜਿਤਨਾ ਵੀ ਕ੍ਰੈਡਿਟ ਹੈ, ਜਿੰਨਾ ਵੀ ਅਸੀਂ ਭਾਰ ਹੈ, ਆਪਣੇ ਸਿਰ ਤੇ ਪਾਈਏ। ਪਰ ਮੈਂ ਇੱਕ ਬੇਨਤੀ ਕਰਾਂ, ਅੱਜ ਜਿੰਨਾ ਸੰਘਰਸ਼ ਚੱਲਦਾ ਹੈ, ਜਿਸ ਸੰਘਰਸ਼ ਵਿੱਚੋਂ ਸ਼ਹੀਦੀਆਂ ਦੇ ਇਤਿਹਾਸ ਤੇ ਗੁਰੂ ਨਾਨਕ ਸਾਹਿਬ ਦੀ ਬਰਕਤ ਨੂੰ ਪਾਸੇ ਕਰ ਦੋ ਤੇ ਬਚਦਾ ਕੁਝ ਵੀ ਨਹੀਂ, ਉੱਥੇ ਕੁਝ ਨਹੀਂ ਹੈਗਾ। ਆ ਜਿਹੜੇ ਇੰਨਾ ਕੁਝ ਲੈ ਕੇ ਬੈਠੇ ਆ, ਉਹ ਸਿਰਫ ਗੁਰੂ ਦੀ ਖਾਤਰ ਆ। ਇੱਕ ਬੰਦੇ ਦੀ ਕੱਲ ਸਪੀਚ ਸੁਣਦਾ ਸੀ, ਬਜ਼ੁਰਗ ਬਾਪੂ ਸੀ। ਉਹ ਕਹਿੰਦਾ ਮਤ ਸਮਝਿਓ ਇੱਥੇ ਬੈਠਣ ਵਾਲਿਓ ਵੀ ਇੱਥੇ ਕੋਈ ਬੰਦਾ ਆ ਕੇ ਆਪਣੀ ਕਾਰਗੁਜ਼ਾਰੀ ਵਰਤਾਉਂਦਾ ਹੈ। ਇੱਥੇ ਤੇ ਮੇਰੇ ਬਾਬੇ ਨਾਨਕ ਕਰਕੇ ਲਹਿਰਾਂ ਬਹਿਰਾਂ ਤੇ ਬਹਾਰਾਂ ਨੇ। ਜੇ ਗੁਰੂ ਨਾਨਕ ਸਾਹਿਬ ਦਾ ਪਹਿਰਾ ਹਟ ਜਾਏ ਤੇ ਇੱਥੇ ਭੁੱਖ ਨੱਚਣੀ ਹੈ। ਤੇ ਇੱਕ ਬੇਨਤੀ ਹੋਰ ਕਰਨੀ ਚਾਹੁੰਦਾ, ਕਿਉਂਕਿ ਗੱਲ ਪੈਰਲਲ ਚੱਲਦੀ ਹੈ। ਉਦੋਂ ਡਿਕਟੇਟਰਸ਼ਿਪ ਸੀ, ਜਦੋਂ ਗੁਰੂ ਸਾਹਿਬ ਜੀ ਤੇ ਗੁਰੂ ਸਾਹਿਬ ਦੇ ਸਾਹਿਬਜ਼ਾਦੇ ਜੰਗ ਕਰਦੇ ਆ। ਅੱਜ ਡੈਮੋਕ੍ਰੇਸੀ ਹੈ। ਉਦੋਂ ਰਾਜਨੇਤਾ ਅਸੀਂ ਨਹੀਂ ਸੀ ਚੁਣਦੇ, ਉਦੋਂ ਪੁਰਖਿਆਂ ਦੀ, ਉਹਨਾਂ ਦੀ ਵਜ਼ੀਰ ਤੇ ਉਹਨਾਂ ਦੀ ਵਜ਼ਾਰਤ ਹੁੰਦੀ ਸੀ। ਬਾਪੂ ਮਰਿਆ, ਪੁੱਤਰ ਬਹਿ ਗਿਆ।
ਪੁੱਤਰ ਨੂੰ ਪਤਾ ਹੈ ਮੈਨੂੰ ਕੁਝ ਕਰਨ ਦੀ ਲੋੜ ਨਹੀਂ, ਭਾਵੇਂ ਜਿੰਨਾ ਮਰਜ਼ੀ ਮੈਂ ਭੈੜਾ ਹੋਵਾਂ, ਮੈਨੂੰ ਆਪਣੀ ਜ਼ਿੰਦਗੀ ਦੇ ਅੰਦਰ ਬਾਪ ਦਾ ਤਖਤ ਮਿਲ ਹੀ ਜਾਣਾ। ਹਾਂ, ਉਹ ਗੱਲ ਵੱਖਰੀ ਹੈ ਵੀ ਮੁਗਲਿਆ ਸਲਤਨਤ ਵਿੱਚ ਬਹੁਤੇ ਇਹੋ ਜਿਹੇ ਵੀ ਸਨ ਜਿਨ੍ਹਾਂ ਨੇ ਆਪਣੇ ਭਰਾਵਾਂ ਦਾ ਵੀ ਕਤਲ ਕੀਤਾ, ਆਪਣੇ ਬਾਪ ਨੂੰ ਵੀ ਮਾਰਿਆ, ਆਪਣੀ ਭੈਣ ਤੱਕ ਨੂੰ ਮਾਰਿਆ, ਸਿਰਫ ਇਸ ਕਰਕੇ ਵੀ ਤਖਤ ਮਿਲ ਜਾਏ। ਪਰ ਸੱਚ ਹੈ ਜਿਹਦਾ ਕੱਲਾ ਕੱਲਾ ਇਕਲੌਤਾ ਬੱਚਾ ਹੁੰਦਾ ਸੀ, ਉਸ ਰਾਜੇ ਦੇ ਪੁੱਤਰ ਨੂੰ ਵਿਸ਼ਵਾਸ ਸੀ ਵੀ ਇਹ ਜਗੀਰ ਤਾਂ ਮੇਰੀ ਹੈ। ਉਹ ਤਾਨਾਸ਼ਾਹੀ ਡਿਕਟੇਟਰਸ਼ਿਪ ਸੀ, ਉਹਨਾਂ ਦਾ ਰਾਜ ਆਪਣਾ ਜੱਦੀ ਰਾਜ ਸੀ। ਅੱਜ ਅਸੀਂ ਡੈਮੋਕ੍ਰੇਸੀ 'ਚ ਹਾਂ, ਪਰ ਭਾਰਤ ਦੀ ਇੱਕ ਬਦਕਿਸਮਤੀ ਹੈ ਜੀ, ਇੱਥੇ ਡੈਮੋਕ੍ਰੇਸੀ 'ਚ ਜੇ ਤਾਂ ਸਰਕਾਰ ਅਲਪਮਤ 'ਚ ਹੈ ਤੇ ਲੋਕਾਂ ਦੇ ਹੱਕਾਂ ਦੀ ਗੱਲ ਹੁੰਦੀ ਹੈ ਥੋੜੀ ਬਹੁਤ, ਕਿਉਂਕਿ ਡਰ ਰਹਿੰਦਾ ਵੀ ਜੇ ਸਰਕਾਰ ਡਿੱਗੀ ਤੇ ਕਿੱਥੇ ਜਾਵਾਂਗੇ। ਹੁਣ ਤਾਂ ਅਗਲੇ ਬਹੁਮਤ ਵਿੱਚ ਬੈਠੇ ਆ, ਉਹ ਕਿਸੇ ਦੀ ਪਰਵਾਹ ਨਹੀਂ ਕਰਦੇ। ਪਰ ਇਸ ਵਾਰ ਤੁਹਾਡੇ ਇਕੱਠ ਨੇ ਅਹਿਸਾਸ ਕਰਾਇਆ ਵੀ ਤੁਹਾਡੇ ਕੋਲ ਤਾਕਤ ਜਿੰਨੀ ਮਰਜ਼ੀ ਹੋਵੇ, ਜਿਨ੍ਹਾਂ ਨੇ ਤੁਹਾਨੂੰ ਤਖਤ ਤੇ ਬਿਠਾਇਆ ਉਹ ਲਾਉਣ ਦੀ ਵੀ ਸਮਰੱਥਾ ਰੱਖਦੇ। ਤਾਂ ਘਬਰਾਹਟ ਕਿਸ ਗੱਲ ਦੀ ਹੈ? ਜੇ ਸਰਕਾਰ ਡਰੀ ਨਾ ਹੋਵੇ ਤੇ ਆ ਸੜਕਾਂ ਪੱਟਣ ਦੀ ਕੀ ਲੋੜ ਹੈ? ਥਾਂ ਥਾਂ ਨਾਕੇ ਲਾ ਕੇ, ਉਹ ਵੀ ਇੱਕ ਸਿਪਾਹੀ ਵੀਰ ਮਿਲਿਆ ਹੁਣੇ, ਉਹ ਕਹਿੰਦਾ ਅਸੀਂ ਤਾਂ ਕਾਗਜ਼ ਕਾਲੇ ਕਰਨ ਆਏ ਆ ਇੱਥੇ, ਸਾਨੂੰ ਵੀ ਪਤਾ ਹੈ ਵੀ ਅਸੀਂ ਵੀ ਕਿਸਾਨਾਂ ਦੇ ਬੱਚੇ ਆ, ਅਸੀਂ ਵੀ, ਸਾਡੇ ਬਾਪੂ ਵੀ ਖੇਤੀ ਕਰਦੇ ਆ, ਸਭ ਕੁਝ ਅਸੀਂ ਵੀ ਇਹੀ ਅੰਨ ਖਾਣਾ ਹੈ। ਵਾਹਿਗੁਰੂ, ਕਈਆਂ ਦੀ ਮਜਬੂਰੀ ਹੈ, ਪਰ ਗਾਹੇ ਬਗਾਹੇ ਇਹ ਸੰਘਰਸ਼ ਐਸਾ ਹੈ ਜਿਨੇ ਇਤਿਹਾਸ ਨੂੰ ਵੀ ਤਾਜ਼ਾ ਕੀਤਾ ਹੈ, ਜਿਨੇ ਅੱਜ ਦੇ ਲੋੜ ਦੇ ਮੁਤਾਬਕ ਸਾਡੇ ਅੰਦਰ ਜਾਗਰਤੀ ਵੀ ਪੈਦਾ ਕੀਤੀ ਹੈ। ਤੇ ਇੱਕ ਬੇਨਤੀ ਕਰਾਂ, ਅਸੀਂ ਧੜਿਆਂ 'ਚ ਵੰਡੇ ਸਾਂ, ਸਾਡੀਆਂ ਆਪਸੀ ਹਜ਼ਾਰਾਂ ਲੜਾਈਆਂ ਸਨ, ਹੋ ਸਕਦਾ ਬਾਅਦ ਵਿੱਚ ਵੀ ਰਹਿਣ, ਪਰ ਆ ਇੱਕ ਐਸਾ ਪਲੇਟਫਾਰਮ ਹੈ ਜਿੱਥੇ ਅੱਜ ਸਾਰੇ ਇਕੱਠੇ ਹੋ ਕੇ ਇੱਕ ਨਿਸ਼ਾਨੇ ਤੇ ਗੱਲ ਕਰਦੇ। ਖੈਰ, ਆਓ ਇਤਿਹਾਸ ਵੱਲ ਤੁਰੀਏ। ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਜਦੋਂ ਬਾਣੀ ਦੇ ਫਲਸਫੇ ਦੀ ਬਾਤ ਤੁਰਦੀ ਹੈ, ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਜਿਹੜੀ ਹੈ ਉਹ ਇੱਕ ਟਰਨਿੰਗ ਪੁਆਇੰਟ ਸੀ, ਜਿੱਥੋਂ ਸਾਰਾ ਮਾਹੌਲ ਬਦਲਦਾ ਹੈ। ਬੜੀ ਵਿਲੱਖਣ ਆਪਾਂ ਸਾਹਿਬਜ਼ਾਦਿਆਂ ਬਾਬਤ ਬਹੁਤ ਗੱਲਾਂ ਕਰਦੇ, ਪਰ ਕੁਝ ਨੁਕਤੇ ਮੈਂ ਤੁਹਾਡੇ ਸਾਹਮਣੇ ਰੱਖਣੇ। ਭਾਈ ਲੱਖੀ ਸ਼ਾਹ ਵਣਜਾਰਾ ਗੁਰੂ ਸਾਹਿਬ ਦਾ ਧੜ ਚੁੱਕ ਕੇ ਲੱਗਿਆ ਤੇ ਉਸ ਘਰ ਅੰਦਰ ਬੀਬੀ ਸੀਤੋ ਮੌਜੂਦ ਸੀ, ਭਾਈ ਮਨੀ ਸਿੰਘ ਦੀ ਧਰਮ ਪਤਨੀ। ਇਤਿਹਾਸਕਾਰ ਮੰਨਦੇ ਆ ਵੀ ਜਿਸ ਦਿਨ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ ਧੜ ਨੂੰ ਭਾਈ ਲੱਖੀ ਸ਼ਾਹ ਵਣਜਾਰੇ ਨੇ ਆਪਣੇ ਘਰ ਰੱਖਿਆ, ਉਸ ਦਿਨ ਬੀਬੀ ਸੀਤੋ ਦੀ ਕੁੱਖ ਤੋਂ ਭਾਈ ਬਲਰਾਮ ਸਿੰਘ ਦਾ ਜਨਮ ਹੋਇਆ ਸੀ। ਭਾਈ ਮਨੀ ਸਿੰਘ ਦਾ ਸਪੁੱਤਰ ਹੈ ਭਾਈ ਬਲਰਾਮ ਸਿੰਘ। ਉਮਰ ਕਰਕੇ ਭਾਈ ਉਦੈ ਸਿੰਘ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਡੇ ਆ। ਉਮਰ ਕਰਕੇ ਭਾਈ ਬਚਿੱਤਰ ਸਿੰਘ ਵੀ ਗੁਰੂ ਗੋਬਿੰਦ ਸਿੰਘ ਸਾਹਿਬ ਤੋਂ ਵੱਡੇ ਆ। ਉਮਰ ਕਰਕੇ ਇਤਿਹਾਸ ਵਿੱਚ ਬਹੁਤ ਸਾਰੇ ਗੁਰਸਿੱਖ ਐਸੇ ਆ ਜਿਹੜੇ ਗੁਰੂ ਨਾਨਕ ਸਾਹਿਬ ਜੀ ਦੇ ਘਰ ਨਾਲ ਸਾਂਝ ਬਣਾ ਕੇ ਬੈਠੇ ਆ, ਪਰ ਉਮਰ ਕਰਕੇ ਬਾਬੇ ਤੋਂ ਵੱਡੇ ਆ। ਪਰ ਜਦੋਂ ਗੁਰੂ ਜੋਤ ਦਾ ਜ਼ਿਕਰ ਆਉਂਦਾ ਹੈ, ਉਦੋਂ ਉਹ ਸਾਰੇ ਗੁਰੂ ਨਾਨਕ ਸਾਹਿਬ ਦੇ ਘਰ ਦੀ ਜੋਤ ਨੂੰ ਸਤ ਬਚਨ ਕਹਿ ਕੇ ਨਮਸਕਾਰ ਕਰਦੇ, ਕਿਉਂਕਿ ਉਮਰ ਦਾ ਤਕਾਜ਼ਾ ਨਹੀਂ। ਉੱਥੇ ਜਿਹੜੀ ਚਰਚਾ ਚੱਲੀ ਪੁਰਾਤਨ ਭੱਟਵਈਆਂ 'ਚ ਕੁਝ ਨੁਕਤੇ ਬੜੇ ਕਮਾਲ ਦੇ ਆ। ਧੜ ਗੁਰੂ ਤੇਗ ਬਹਾਦਰ ਸਾਹਿਬ ਦਾ ਘਰ 'ਚ ਪਿਆ ਹੈ, ਇੱਕ ਪਾਸੇ ਬੱਚੇ ਦੀ ਆਮਦ ਹੈ। ਮੈਂ ਕਹਿੰਦਾ ਜਿਗਰੇ ਵਾਲੇ ਜੰਗ ਜਿੱਤਦੇ ਆ, ਕਮਜ਼ੋਰ ਦਿਲਾਂ ਵਾਲੇ ਤੇ ਆਪਣੀਆਂ ਧੀਆਂ ਦੇ ਡੋਲੇ ਵੀ ਮੁਗਲਾਂ ਨੂੰ ਫੜਾ ਕੇ ਆ ਜਾਂਦੇ ਸਨ। ਦੋਨਾਂ 'ਚ ਫਰਕ ਹੈ ਜੀ। ਇਨਸਾਨ ਤਾਂ ਉਹ ਵੀ ਇਸੇ ਦੁਨੀਆ 'ਚ ਰਹਿੰਦੇ ਆ। ਸਰਦਾਰ ਹਰੀ ਸਿੰਘ ਭੰਗੀ ਜਿੱਦਣ ਸਹਾਰਨਪੁਰ ਬੱਚੀ ਨੂੰ ਵਾਪਸ ਕਰਨ ਆਇਆ ਸੀ ਤੇ ਪਿੰਡ ਵਾਲੇ ਕਹਿੰਦੇ ਸਨ ਉਹਨਾਂ ਦੇ ਹਰਮ 'ਚ ਰਹਿ ਕੇ ਆਈ ਹੈ, ਇਹ ਅਪਵਿੱਤਰ ਹੋ ਗਈ, ਇਹਨੂੰ ਪਵਿੱਤਰ ਕਰਨਾ ਪਏਗਾ। ਪੁਰੋਹਿਤ ਕਹਿੰਦਾ ਅੱਗ 'ਚ ਸਾੜ ਕੇ ਇਹਨੂੰ ਸਵਾਹ ਕਰਾਂਗੇ ਤੇ ਜੇ ਬਚ ਗਈ ਤੇ ਰੱਖ ਲਵਾਂਗੇ। ਤੇ ਉਹਨਾਂ ਦਾ ਪਲਾਨ ਸੀ ਵੀ ਇਹਨੂੰ ਸਾੜ ਕੇ ਸਵਾਹ ਕਰ ਦਿੱਤਾ ਜਾਏ। ਉੱਥੇ ਹਰੀ ਸਿੰਘ ਭੰਗੀ ਨੇ ਇੱਕ ਸ਼ਬਦ ਕਿਹਾ ਸੀ, ਕਹਿੰਦਾ ਤੁਸੀਂ ਪ੍ਰੀਖਿਆ ਲੈਣ ਵਾਲੇ ਕੌਣ ਹੁੰਦੇ ਹੋ? ਤੁਸੀਂ ਜੇ ਬੱਚੀ ਦੀ ਅਗਨ ਪ੍ਰੀਖਿਆ ਲੈਣੀ ਹੈ, ਅਸੀਂ ਪਹਿਲਾਂ ਤੁਹਾਡੀ ਪ੍ਰੀਖਿਆ ਲਵਾਂਗੇ। ਸਾਡੀ ਤਲਵਾਰ ਤੇ ਤੇਰੀ ਧੌਣ। ਪੁਰੋਹਿਤ, ਜੇ ਤੇਰੀ ਧੌਣ ਧੜ ਨਾਲ ਲੱਗੀ ਰਹਿ ਗਈ ਤੇ ਤੂੰ ਬੱਚੀ ਨੂੰ ਪੇਪਰ ਪਾ ਦੇ, ਨਹੀਂ ਤਾਂ ਖਾਲਸੇ ਦੇ ਪੇਪਰ ਵਿੱਚ ਤੇ ਤੂੰ ਫੇਲ ਹੋ ਗਿਆ ਤੇ ਜਹਾਨੋਂ ਕੂਚ ਕਰ ਜਾਏਗਾ। ਆਪਣੀ ਮੌਤ ਤੋਂ ਹਰ ਬੰਦਾ ਘਬਰਾਉਂਦਾ ਹੈ ਜੀ। ਅਸਲ 'ਚ ਜਿਹੜੀ ਜਾਗਰਤੀ ਹੈ
ਉਹ ਇਹ ਮੁਕੰਮਲਤਾ ਦੇ ਨਾਲ ਸਾਡੀ ਜ਼ਿੰਦਗੀ ਨੂੰ ਅਗਾਂਹ ਤੋਰਦੀ ਹੈ। ਧੜ ਘਰ ਚ ਪਿਆ ਹੈ, ਉਹਨਾਂ ਨੇ ਹੁਣ ਬਾਪ ਆਪਣੀ ਬੱਚੀ ਨਾਲ ਵੀ ਸਲਾਹ ਮਸ਼ਵਰਾ ਕਰਦਾ ਤੇ ਭਟਵਈਆਂ ਲਿਖਦੀਆਂ ਨੇ। ਉਹ ਕਹਿੰਦੇ ਬੀਬੀ ਸੀਤੋ ਦੇ ਸ਼ਬਦ ਸਨ ਇਹ ਪਹਿਲੀ ਵਾਰ। ਭਾਈ ਲੱਖੀ ਸ਼ਾਹ ਵਣਜਾਰੇ ਦੀ ਉਮਰ ਉਦੋਂ 95 ਸਾਲ ਹੈ। 95 ਸਾਲ ਦਾ ਉਹ ਬਾਪੂ ਹੈ ਜਿਹੜਾ ਗੁਰੂ ਤੇਗ ਬਹਾਦਰ ਸਾਹਿਬ ਦਾ ਧੜ ਚੁੱਕ ਕੇ ਲਿਆਇਆ ਸੀ। ਸਨ 1580 ਦਾ ਉਹਨਾਂ ਦਾ ਜਨਮ ਹੈ। ਸਨ 1675 ਚ ਉਹਨਾਂ ਦੀ ਸ਼ਹਾਦਤ ਹੋਈ ਹੈ। ਸਨ 1680 ਚ ਭਾਈ ਲੱਖੀ ਸ਼ਾਹ ਵਣਜਾਰਾ ਅਕਾਲ ਚਲਾਣਾ ਕਰ ਗਿਆ। 100 ਸਾਲ ਦੀ ਉਮਰ ਭੋਗ ਕੇ ਇਸ ਜਹਾਨੋਂ ਗਏ। 95 ਸਾਲ ਦਾ ਉਹ ਬਾਪੂ ਸੀ ਜਿਹੜਾ ਗੁਰੂ ਸਾਹਿਬ ਦੇ ਧੜ ਨੂੰ ਚੁੱਕ ਕੇ ਲਿਆਇਆ ਸੀ, ਆਪਣੇ ਨਾਲ ਦੇ, ਆਪਣੇ ਬੱਚੇ ਦੇ ਨਾਲ, ਆਪਣੇ ਨਾਲ ਦੇ ਸਾਥੀਆਂ ਦੇ ਨਾਲ। ਤੇ ਉਹਦੀ ਬੱਚੀ ਜਿਹਦੇ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਘਰ ਤੋਂ ਜਿਸ ਨੇ ਸਭ ਕੁਝ ਕੁਰਬਾਨ ਕਰ ਦਿੱਤਾ, ਇੱਕੋ ਸ਼ਬਦ ਕਹਿੰਦੀ ਹੈ, ਪਿਤਾ ਜੀ ਤੁਸੀਂ ਸੰਸਕਾਰ ਦੀ ਚਿੰਤਾ ਕਰਦੇ ਹੋ, ਆ ਸਭ ਕੁਝ ਦਿੱਤਾ ਹੋਇਆ ਤੇ ਮਾਲਕ ਦਾ ਹੈ। ਜੇ ਮੇਰੀ ਬੇਨਤੀ ਮੰਨੋ ਤੇ ਇਸ ਘਰ ਵਿੱਚ ਅਸੀਂ ਚਿਖਾ ਬਣਾਉਨੇ ਆ, ਨਾਲ ਹੀ ਇਸ ਘਰ ਨੂੰ ਅਸੀਂ ਸਾੜ ਦੇਵਾਂਗੇ, ਸੰਸਕਾਰ ਵੀ ਹੋ ਜਾਏਗਾ ਤੇ ਪਤਾ ਵੀ ਕਿਸੇ ਨੂੰ ਨਹੀਂ ਲੱਗੇਗਾ। ਇਹ ਜਿਗਰੇ ਵਾਲੇ ਸਾਡੇ ਘਰਾਂ 'ਚ, ਮੈਂ ਕਹਿੰਦਾ ਚਲੋ ਪਿੰਡਾਂ 'ਚ ਥੋੜਾ ਮਾਹੌਲ ਘੱਟ ਹੈ, ਸ਼ਹਿਰਾਂ 'ਚ ਪੱਖੇ ਟੰਗੇ ਹੁੰਦੇ ਤੇ 3 ਪਰਾਂ ਤੇ ਵੱਖ-ਵੱਖ ਟੱਬਰਾਂ ਦਾ ਨਾਮ ਲਿਖਿਆ ਹੁੰਦਾ। 100 ਰੁਪਇਆ ਅਸੀਂ ਦਾਨ ਕਰਦੇ ਤੇ ਸਾਰੀ ਜ਼ਿੰਦਗੀ ਜਿੰਨਾ ਚਿਰ ਤੱਕ ਪੱਖੇ ਦਾ ਰੋਗਨ ਜਿਹਾ ਰਹਿਣਾ, ਉਹਨਾਂ ਚਿਰ ਤੱਕ ਹਵਾ ਲੈਣ ਵਾਲੇ ਨੇ ਵੇਖਣਾ ਵੀ ਇਹ ਤਾਂ ਫਲਾਣੇ ਵੱਲੋਂ ਆਇਆ। ਚੰਦਨ ਦੀ ਚਿਖਾ ਭਾਈ ਲੱਖੀ ਸ਼ਾਹ ਵਣਜਾਰਾ ਬਹੁਤ ਅਮੀਰ ਬੰਦਾ ਸੀ। ਭਾਈ ਫਤਿਹਜੀਤ ਸਿੰਘ ਬੈਠੇ ਇਤਿਹਾਸ ਦੇ ਖੋਜੀ ਨੇ, ਆ ਜਿੰਨੀ ਵੀ ਜਗੀਰ ਹੈ, ਜਿਸ ਧਰਤ ਤੇ ਬਹਿ ਕੇ ਅੱਜ ਕਾਲੇ ਕਾਨੂੰਨ ਬਣਦੇ ਆ, ਪਾਰਲੀਮੈਂਟ ਹਾਊਸ, ਰਾਸ਼ਟਰਪਤੀ ਭਵਨ, ਸਰਕਾਰੀ ਅਦਾਰੇ, ਜਿਹੜਾ ਸੈਂਟਰਲ ਦਾ ਜਿੰਨਾ ਵੀ ਸਿਸਟਮ ਹੈ ਇੰਡੀਆ ਗੇਟ ਸਮੇਤ, ਇਹ ਭਾਈ ਲੱਖੀ ਸ਼ਾਹ ਵਣਜਾਰੇ ਦੀ ਜੱਦੀ ਜਗੀਰ ਤੇ ਬਣਿਆ ਹੋਇਆ। 1909 ਚ ਉਹਨਾਂ ਨੇ ਖੋਈ ਸੀ ਜੀ, ਉਹਨਾਂ ਦੇ ਪਰਿਵਾਰ ਤੋਂ। ਭਾਈ ਲੱਖੀ ਸ਼ਾਹ ਵਣਜਾਰਾ, ਉਹਨੇ ਚੰਦਨ ਦੀ ਚਿਖਾ ਤਿਆਰ ਕੀਤੀ, ਬਹੁਤ ਅਮੀਰ ਬੰਦਾ ਸੀ ਜੀ। ਉਹ ਪਰਵਾਹ ਨਹੀਂ ਕੀਤੀ, ਟੱਬਰ ਨੂੰ ਬਾਹਰ ਕੱਢਿਆ। ਉਹ ਹੱਥ ਜੋੜ ਕੇ ਖੜਾ ਹੋ ਗਿਆ, ਚਿਖਾ ਦੇ ਦਿਵਾਲੇ ਤਿਆਰ ਕਰਕੇ ਗੁਰੂ ਸਾਹਿਬ ਦਾ ਧੜ ਉੱਤੇ ਰੱਖਿਆ, ਅਰਦਾਸ ਕਰਦਾ, ਸੱਚਾ ਪਾਤਸ਼ਾਹ ਤੁਹਾਡੀ ਸੇਵਾ 'ਚ ਜੇ ਗੁਸਤਾਖੀ ਹੋ ਗਈ ਤੇ ਮਾਫ ਕਰਨਾ, ਇਸ ਤੋਂ ਵੱਧ ਹੁਣ ਅਸੀਂ ਕੁਝ ਨਹੀਂ ਕਰ ਸਕਦੇ। ਚਿਖਾ ਨੂੰ ਲਾਂਬੂ ਲਾਇਆ ਤੇ ਘਰ ਫੂਕ ਦਿੱਤਾ। ਘਰ ਸੜ ਗਿਆ। ਉੱਥੇ ਬੈਠੀ ਬੀਬੀ ਸੀਤੋ ਸੀ, ਜਿਹਦੀ ਕੁੱਖ ਤੋਂ ਬਲਰਾਮ ਸਿੰਘ ਦਾ ਜਨਮ ਹੋਇਆ, ਜਿਹਦੀ ਕੁੱਖ ਤੋਂ ਅਜਬ ਸਿੰਘ ਤੇ ਅਜੈਬ ਸਿੰਘ ਆਏ, ਜਿਹਦੀ ਕੁੱਖ ਤੋਂ ਭਾਈ ਉਦੈ ਸਿੰਘ ਤੇ ਭਾਈ ਬਚਿੱਤਰ ਸਿੰਘ ਆਏ, ਜਿਹਦੀ ਕੁੱਖ ਤੋਂ ਪਰਾਗਾ ਸਿੰਘ ਦਾ ਨਾਮ ਇਤਿਹਾਸ ਨੇ ਨਾਵਾਂ ਦੇ ਕਈ ਹੇਰ ਫੇਰ ਵੀ ਆ ਜ਼ਿਕਰ ਹੋਇਆ। ਉਹ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਇੰਜ ਖੜੇ ਸਨ, ਜਿਸ ਮਾਂ ਨੇ ਆਪਣੇ ਬਾਪੂ ਨੂੰ ਕਿਹਾ ਸੀ ਤੁਸੀਂ ਧੜ ਚੁੱਕ ਕੇ ਲਿਆਏ ਹੋ ਤੇ ਆਪ ਇੱਥੇ ਆਪਣੇ ਘਰ ਨੂੰ ਅੱਗ ਲਾ ਕੇ ਅਸੀਂ ਸੰਸਕਾਰ ਕਰਨਾ ਹੈ, ਉਸ ਕੁੱਖ ਤੋਂ ਜਨਮ ਲੈਣ ਵਾਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਨਾਲ ਖਲੋਤੇ ਆ। ਤੇ ਭਾਈ ਉਦੈ ਸਿੰਘ ਛਾਤੀ ਤਾਣ ਕੇ ਕਹਿੰਦਾ, ਸੱਚਾ ਪਾਤਸ਼ਾਹ ਜੇ ਸਾਡੀ ਜ਼ਿੰਦਗੀ ਸਲਾਮਤ ਰਹੀ, ਅਸੀਂ ਤੇਰੇ ਤੱਕ ਤੀਰ ਨਹੀਂ ਜਾਣ ਦਿੰਦੇ ਦੁਸ਼ਮਣ ਦਾ। ਹਾਂ, ਉਦੋਂ ਭਾਵੇਂ ਪਹੁੰਚ ਜਾਏ ਜਦੋਂ ਉਹ ਤੀਰ ਸਾਡੀ ਛਾਤੀ ਨੂੰ ਵਿੰਨ ਕੇ ਅੱਗੇ ਲੰਘ ਜਾਏ। ਸਿੱਖਾਂ ਦਾ ਆਪਣਾ ਰੁਤਬਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਨੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦਾ ਸੰਸਕਾਰ ਭਾਈ ਜੈਤਾ ਜੀ ਸੀਸ ਲੈ ਕੇ ਆਏ, ਆਨੰਦਪੁਰ ਸਾਹਿਬ ਦੀ ਧਰਤੀ ਤੇ ਕੀਤਾ। ਸੀਸਗੰਜ ਸਾਹਿਬ ਗੁਰਦੁਆਰਾ ਦਿੱਲੀ ਵੀ ਬਣੇ ਤੇ ਆਨੰਦਪੁਰ ਸਾਹਿਬ ਵੀ ਬਣਿਆ ਹੋਇਆ। ਅਕਾਲ ਬੁੰਗੇ ਤੇ ਖੜ ਕੇ ਗੁਰੂ ਸਾਹਿਬ ਨੇ ਐਲਾਨੇ ਜੰਗ ਕੀਤਾ। ਤਾਨਾਸ਼ਾਹੀ ਹਕੂਮਤ ਦੇ ਖਿਲਾਫ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਐਲਾਨ ਸੀ। ਸੱਚੇ ਪਾਤਸ਼ਾਹ ਐਲਾਨੀਆਂ ਜੰਗ ਕਰਦੇ ਆ। ਤਵਾਰੀਖ ਕਹਿੰਦੀ ਹੈ ਉਸ ਜੰਗੇ ਮੈਦਾਨ ਦੀ ਸਿਰਜਣਾ ਹੋਈ 58 ਸਾਲ ਪਹਿਲਾਂ ਗੁਰੂ ਹਰਗੋਬਿੰਦ ਸਾਹਿਬ ਵੀ ਲੜੇ ਸਨ। ਤੇ ਬੜੀ ਕਮਾਲ ਦੀ ਗੱਲ ਹੈ, ਫੌਜ ਵਿੱਚ ਫਰਕ ਹੈ। ਇੱਕ ਪਾਸਾ ਉਹ ਹੈ ਜਿਹੜੀ ਫੌਜ ਲੋਕਾਂ ਦੀਆਂ ਇੱਜ਼ਤਾਂ ਦੀ ਪਰਵਾਹ ਕੋਈ ਨਹੀਂ ਕਰਦੀ, ਇੱਕ ਪਾਸਾ ਉਹ ਹੈ ਜਿੱਥੇ ਬਾਣੀਕਾਰ ਤੇ ਰੱਬ ਦੇ ਪਿਆਰੇ ਕਿਰਦਾਰ ਵਾਲੇ ਬੈਠੇ। ਦੋਨਾਂ 'ਚ ਫਰਕ ਪੈਦਾ ਹੋ ਗਿਆ, ਦੋਨਾਂ ਦਾ ਮਾਹੌਲ ਵੱਖਰਾ ਸੀ। ਗੁਰੂ ਗੋਬਿੰਦ ਸਿੰਘ ਸਾਹਿਬ ਕਿਸੇ ਇਲਾਕੇ ਤੇ ਕਬਜ਼ਾ ਧਾਰੀ ਧਿਰ ਨਹੀਂ ਬਣਨਾ ਚਾਹੁੰਦੇ।
पर सच्चे पातशाह जी का जिहड़ा मनसूबा है, गुरु साहब का जिहड़ा टीचा है, वो आज़ादी है। ते सब तो विलक्षण गल उदों हुई जदों वक्त की सियासत कहती सी धार्मिक खेत्र विच कोई किसी प्रकार का कोई समागम ते ढोलकियां छैने नहीं वजाए जा सकते। मेरे बाबे ने जदों रणजीत नगारा 1682 च बनाया, उहदी धौंस ने सारियां नूं हिला के रख दिता। उथों फिर एक शब्द नेकी जी ने लिखिया है, वो कहते हैं गुरु गोबिंद सिंह साहब की आज़ादी सी। सच्चे पातशाह जी संघर्ष नूं हमेशा अगे तोरदे आ। सिख आए, भंगाणी दा जंग होया, गुरु साहब जित गए। बाबा अजीत सिंह दा जन्म होया, गुरु साहब ने नाम अजीत रखता। उत्थे जिहड़ी एक घटना पीर बुद्धू शाह वाली है, उन्होंने नेकी जी ने अपने शब्दां च बयान किया। वेखो, संघर्ष का हिस्सा बनना सिर्फ यही नहीं भी किसी ना किसी रूप च असीं नाल खड़ जाइए। हा दा नारा मारना भी संघर्ष का हिस्सा बनना हुंदा है। जिस हद तक तुसीं जा सकते हो, तुहानूं जाना चाहिए हर रूप च। आ जिहड़ियां मावां घरां च पिन्नियां बना के पंजाबों घलदियां ने, वो भी शामिल ने मोर्चे च। जिहड़ियां भैणां अपने वीरां दे पिछियों, अपने पतियां दे पिछियों सारी किरसानी खेती पंजाब दे पिंडां च सांभी जांदियां ने, वो भी शामिल ने। शमूलीयत सब दी है, तरीका सब दा वखो वखरा है। सच है, जे पब्लिक अपनी हर पक्षों शमूलीयत करनी शुरू कर दे, असी हमेशा संघर्ष जितांगे। बदकिस्मती उदों है, ऐदकी एक डर तां कढ दिओ भी कोई आगू विकेगा। अगे समस्या बड़ी हुंदी सी भी आगूआं ने फैसले कर लेने, विक जाना। ऐदकी लोकां दा संघर्ष है, आगूआं नूं तरथली पई है। कई विचारे कोशिशां भी करदे आ भी कोई नवां राह लभीए ते संघर्ष नूं शांत कर दईए, पर हुण लोकां दे हथ डोर है। जिन्ना चिर तक कानून वापस नहीं आउंदे, उत्थों उठण वाले नहीं लोग। हुण लोकां दे हथ वागडोर है, ते जदों समाज दा बीड़ा लोकां दे हथ हुंदा है, उदों हमेशा ही क्रांति पैदा हुंदी है। धन गुरु गोबिंद सिंह साहब भंगाणी जितदे आ। ते एक गल इतिहास की बड़ी कमाल दी है, गुरु गोबिंद सिंह साहब सच्चे पातशाह जी बाबत जां सिखां बाबत एक गल बड़ी इतिहास च प्रचलित रही। फौज का कमांडर मारिया जांदा सी ना, ते फौज मैदान छड्ड के भज जांदी सी भी उस हुण तां हार गए। चप्पड़ चिड़ी दे मैदान च वजीर खां मारिया गया, फौज सब कुछ छड्ड के भज गई। पैंडे खां गुरु गोबिंद सिंह साहब के हथों मारिया गया, फौज छड्ड के भज गई। पर सिखां ने कदी इहो जी कारगुजारी नहीं की। भावें कि 1847 तो पहला जिहड़ियां कुछ जंगां होईयां, उन्हां च इस पक्ष का थोड़ा बहुत जिक्र होया। शाह मुहम्मद ने भी लिखिया भी अज होवे सरकार तां मुल पावे, जिहड़ियां खालसे ने तेगां मारियां ने। पर उस तो पहला जितने भी नुकते सन, जे कौम दा आगू मैदाने जंग विच शहादत दा जाम पी जांदा सी, हर सिख आगू बन के खलोता सी, क्योंकि बाबे नानक दे घर हर सिख ते बराबर दी जिम्मेवारी सी। जितदे तां रहे, अज सबना नूं उस जिम्मेवारी नूं समझना पैना भी असीं सारे आगू हां, सब दे सिर जिम्मेवारी है, सारियां नूं लोड़ है, जरूरत है। धन गुरु गोबिंद सिंह साहब भंगाणी जिते। पीर बुद्धू शाह बड़ा सत्कारक बंदा सी जी, वो गुरु साहब का हिमायती भी सी ते सच्चे पातशाह जी दे नाल स्नेह भी बड़ा करता सी। उन्हें 500 पठाणा नूं गुरु साहब जी दे कोल जिहड़े समय दी राजनीतिक ताकत वालों कढ़े गए सन, उन्हां नूं गुरु साहब दे कोल रखवाया सी ते आप जामनी दित्ती सी, विच विचोला बने सन। उन्हां चों 400 ते भंगाणी दे मैदान च भज गए। 100 रह गया काले खान की अगवाई चो गुरु साहब दे वल्लों लड़िया। सारे बेईमान नहीं हुंदे, कई बार बेईमान आगू दे पिछे तुरन वाली आजाद ते अपने जमीरां दी राखी करन वाली प्रजा नूं भी बेईमान कह दिता जाता है, क्योंकि आगू बेईमान हो गया। धन गुरु गोबिंद सिंह साहब जी दे सामने खलोते पीर बुद्धू शाह ने गुरु साहब नूं कहा, पातशाह हुण विदा मैनू विदा करो, मैं घर जाना चाहता। मुरीद भी कुछ शहीद होए, पीर बुद्धू शाह दे पुत्र भी शहीद होए।
बड़े जिगरे वाला काम सी। उस मैदाने जंग विच गुरु गोबिंद सिंह साहब दे भूआ जी बीबी वीरो जी दे 2 पुत्र संगो शाह ते जीतमल शहीद होए। खून तां सब दा डुलिया जी, सब ने अपना आपा वारिया। धन गुरु गोबिंद सिंह साहब पातशाह जी नूं कहंदा विदा करो, मैं घर जाना चाहना। गुरु साहब कहंदे ने पीर जी अज चित प्रसन्न है, एक तां जंग जिते अज, एक बेनती होर इत्थे करनी चाहना। आ जिहड़ी कौम साडी रोने धोने वाले पासे चली गई है, आ कवितावां असीं गाउने आ ते अखां च हंझू भर के ते घरां नूं चले जांदे। साहिबजादियां नूं भी रोंदियां नूं दिखाता, माता गुजरी नूं भी वर्तालाप करदी नूं दिखाता। ये वैन पाउणे साडी कौम दा हिस्सा नहीं जी। गुरमत तां स्वीकार ही नहीं करदी। मत मैं पिछे कोई रोव सी सो मैं मूल ना पाया। आ कविता इमोशनल करदियां ने, साहिबजादियां दी लाइफ इमोशनल करन वाली नहीं। वो तां ठंडे बुरज च बह के भी हसदे सन, पता नहीं असीं किहड़ी पिरत पा के बह गए, हुण रोण वालियां कहानियां बना के बैठे। अज तो फतेहजीत सिंह बैठे सियाणे, अज तो 50 साल बाद जदों इस लिख ते स्टडी होएगी ना ते साडी चढ़दी कला उडारी मार जानी है। असीं साहिबजादियां दी शहादत नूं रोण धोण वाले पासे पाता जी। भावें ठीक है जिन्हां भी लिखियां सत्कारक बंदियां ने लिखियां, पर अग्गा सोच के लिखना चाहिए है। भावें वलवले संसारक ने, मैं बार बार बेनती करदा भी इन्हां वलवलियां दे वहण च बह के अपनी तवारीख नूं असीं दाग ना लाइए। साडे बाबे साहिबजादे गुरु साहब हमेशा रब दे शुक्र विच रहे ते चढ़दी कला च रहे। उन्हां दी अख दा हंझू अपने आप कदी नहीं डिगा, मजबूती नाल रहे। किन्नी कमाल दी गल सी, चढ़दी कला सिखनी सी, पर असीं अपनियां अखां चों हंझू भर भर के रोना शुरू कर दिता। रो रहे हैं। कवितावां गाइयां गईयां जी, ना उडीकी दादी असीं मुड़ नहीं आउणा। साडे हंझू तार तार वगदे अज। समागम चाहे जी चढ़दी कला सिखण, असीं तां रुदन ते पिट सियापा पा लिया जी। नहीं, गुरु नानक साहब दे घर अंदर साहिबजादे चढ़दी कला दे प्रतीक आ। गुरु गोबिंद सिंह साहब जी दे नाल जुड़िया होया हर शख्स चढ़दी कला वाला है, वो मुकम्मलता नाल भरिया होया है। ਇਹਦੇ ਚ कोई शक नहीं भी वैराग एक वखरा विषा है, रुदन ते पेट सियापा वखरा विषा। इस गल नूं समझियो जी। किसे पक्ष ते वैरागी हो जाना एक अलग सबजैक्ट है। विछोड़े दा एहसास जरूर, जोगी जी ने भावें कुछ गल्लां लिखियां ने, पर हर गल दे नाल जोगी जी दे नाल भी सहमत नहीं होया जा सकता। कारण यह है, जिस दिन गुरसिख गुरु ग्रंथ साहब की बाणी नूं सामने रख के अपने साहिबजादियां दे नाल ओहो जिहा नजरिया बनाएगा, उस दिन चढ़दी कला रहेगी। जिन्ना चिर तक असीं संसारक कवितावां ते डिपेंड रवांगे, ढैंडी कला वल जावांगे। असीं चढ़दी कला लभणी। चढ़दी कला दा रूप देखो। पुत्र शहीद हो गए, पीर बुद्धू शाह कहंदा गुरु साहब आग्या दो, घर जाना है। सतगुरु कहते ने अज चित प्रसन्न है। प्रसन्न शब्द इतिहास ने सीधे बोलां च लिखिया। अज असी खुश हाँ। वैसे जोगी ने भी शब्द लिखिया सी, गुरु गोबिंद सिंह साहब सच्चे पातशाह आनंदपुर भी बैठे आ ते खुश आ। सरसा दे कंडे परिवार विछड़ गया, फिर भी कहते रब जी तुहाडी रजा है। चमकौर 2 बच्चे शहीद हो गए, फिर भी क्या तुहाडी रजा। जदों नूरा माही खबर लैके आया, भावें गुरु साहब जी ने तीर नाल उथे काही दे बूटे नूं पुट्टिया सी, पर उथे भी शब्दावली इक्को सी, मैनूं माण है अपने बच्चियां ते जिहड़े चढ़दी कला च रह के अपनी जिंदगी दी सिक्ख्या दे पूरने पा गए। पीर जी गुरु साहब नूं कहंदे आ, पातशाह जी कहंदे ठीक है जाओ घरे जाना, पर मंगो की मंगते हो। जिहड़ी मंग है ना, ये साडे वास्ते साडी जिंदगी दी सोच तय करती है। मंग ते निर्भर करदे आ भी साडा धार्मिक जीवन किदां कदा है। बाणी दा एक वचन है, गुरु साहब ने कहा मांगना मांगन नीका, हर जस गुर ते मांगना। की ग्रहण करने ते की जीवन च लैके आउणा ते की छड्डना है।
ਉਹਨੇ ਕਿਹਾ ਗੁਰੂ ਸਾਹਿਬ ਕੁਝ ਨਹੀਂ, ਬਸ ਮੈਂ ਜਾਮਨੀ ਸਾਂ, ਵਿੱਚ ਜਾਮਨ ਹੋਇਆ ਸੀ, ਵਿਚੋਲਾ ਬਣਿਆ ਸੀ, ਮੈਂ ਤਾਂ ਆਪਣੇ ਬੋਲ ਪੁਗਾਉਣ ਆਇਆ। ਮਰਦ ਆਪਣੇ ਬੋਲਾਂ ਤੋਂ ਕਦੀ ਪਿੱਛੇ ਨਹੀਂ ਹਟਦਾ। ਇਤਿਹਾਸ ਦੀ ਹਰ ਤਵਾਰੀਖ ਵਿੱਚ ਇਹ ਗੱਲ ਸੁਤੰਤਰਤਾ ਦੇ ਨਾਲ ਲਿਖੀ ਗਈ ਹੈ। ਉਹ ਆਪਣੇ ਬੋਲ ਪੁਗਾਉਂਦਾ ਹੈ। ਇੱਥੇ ਇੱਕ ਛੋਟਾ ਜਿਹਾ ਫੁੱਟਨੋਟ ਵਿੱਚ ਰੱਖਣਾ ਚਾਹੁੰਦਾ। ਸਾਕਾ ਨਨਕਾਣਾ ਸਾਹਿਬ ਸ਼ੁਰੂ ਹੋਇਆ ਤੇ ਲਾਹੌਰ ਤੋਂ ਇੱਕ ਬਾਪੂ ਸਿਰ ਤੇ ਮੜਾਸਾ ਮਾਰ ਕੇ ਬਾਹਰ ਨਿਕਲਿਆ। ਮੜਾਸਾ ਸ਼ਬਦ ਤੁਸੀਂ ਪਿੰਡਾਂ 'ਚ ਅਸੀਂ ਸਮਝਦੇ ਹਾਂ, ਸ਼ਹਿਰਾਂ 'ਚ ਇਹਨਾਂ ਸ਼ਬਦਾਂ ਨੂੰ ਸਮਝਾਉਣਾ ਔਖਾ ਹੁੰਦਾ। ਉਹਨੇ ਜਿੱਦਾਂ ਦੀ ਉਹਦੇ ਕੋ ਸਿਰ ਤੇ ਦਸਤਾਰ ਬੰਨੀ, ਉਹਨੇ ਪਰਨਾ ਲਪੇਟ ਲਿਆ, ਕਾਲੀ 'ਚ ਸੀ। ਜਦੋਂ ਜਥੇ 'ਚ ਸ਼ਾਮਲ ਹੋਣ ਲੱਗਾ ਤੇ ਪੁੱਛਿਆ ਕਿਸੇ ਨੇ ਵੀ ਬਾਪੂ ਇੰਨੀ ਕਾਲੀ ਕਾਹਦੀ, ਤੂੰ ਦਸਤਾਰ ਤੇ ਚੱਜ ਨਾ ਬੰਨ ਲੈਂਦਾ। ਉਹ ਕਹਿੰਦਾ ਆ ਜੋ ਮੇਰੇ ਸਿਰ ਤੇ ਵੱਜੀ ਹੈ ਦਸਤਾਰ ਨਹੀਂ, ਅੱਜ ਲਾੜੀ ਮੌਤ ਨੂੰ ਵਰਨ ਚੱਲੇ ਆ, ਕਫਨ ਬਨ ਕੇ ਘਰੋਂ ਤੁਰੇ ਆ। ਤੇ ਜਿਹੜਾ ਬੰਦਾ ਕਫਨ ਬਨ ਕੇ ਤੁਰਦਾ ਹੈ ਉਹ ਤਿਆਰੀਆਂ ਦੀ ਪਰਵਾਹ ਨਹੀਂ ਕਰਦਾ, ਉਹ ਆਪਣਾ ਨਿਸ਼ਾਨਾ ਜਿੱਤ ਵੱਲ ਨੂੰ ਰੱਖਦਾ। ਇਤਿਹਾਸ ਇਸ ਗੱਲ ਦੀ ਗਵਾਹੀ ਭਰਦਾ ਹੈ। ਉਹ ਕਹਿੰਦਾ ਗੁਰੂ ਸਾਹਿਬ ਕੁਝ ਨਹੀਂ ਚਾਹੀਦਾ, ਸਾਡੀਆਂ ਲਿਸਟਾਂ ਬਹੁਤ ਲੰਮੀਆਂ ਜੀ, ਸ਼ੁਕਰ 'ਚ ਰਹਿਣਾ ਸਿੱਖੀਏ, ਆਦਤ ਇਹੋ ਜੀ ਪਾਈਏ। ਜਿਹੜਾ ਬੰਦਾ ਨਾ ਸ਼ੁਕਰਾ ਹੈ ਉਹ ਧਰਮ ਦੀ ਦੁਨੀਆ 'ਚ ਕਦੀ ਸਫਰ ਨਹੀਂ ਕਰ ਸਕਦਾ। ਆ ਭਾਈ ਸਾਹਿਬ ਨੇ ਕਿਰਤ ਘਣ ਦਾ ਜ਼ਿਕਰ ਕੀਤਾ। ਜਿਹੜਾ ਬੰਦਾ ਕੀਤੇ ਨੂੰ ਜਾਣਦਾ ਹੀ ਨਹੀਂ ਕਿਸੇ ਦੇ, ਬਾਣੀ ਤੇ ਤਾਂ ਇੱਥੋਂ ਤੱਕ ਕਿ ਉਹਨੇ ਜਨਮ ਤੋਂ ਲੈ ਕੇ ਜੀਵਨ ਦਾ ਹਰ ਪੱਖ ਤੈਨੂੰ ਦਿੱਤੇ, ਤੂੰ ਉਹਨਾਂ ਲਿਸਟਾਂ ਨੂੰ ਗਿਣੀ ਜਾਣੇ ਜੋ ਤੈਨੂੰ ਮਿਲੀਆਂ ਨਹੀਂ, ਉਹਨਾਂ ਨੂੰ ਕਦੀ ਨਹੀਂ ਚੇਤੇ ਕਰਦਾ ਜਿਹੜਾ ਭਰ ਭਰ ਤੈਨੂੰ ਰੱਬ ਨੇ ਦਿੱਤਾ ਹੋਇਆ। ਇੱਧਰ ਵੀ ਝਾਤੀ ਮਾਰ। ਪੀਰ ਜੀ ਨੂੰ ਗੁਰੂ ਸਾਹਿਬ ਨੇ ਬਾਰ-ਬਾਰ ਕਿਹਾ, ਕਹਿੰਦਾ ਸੱਚਾ ਪਾਤਸ਼ਾਹ ਤੁਹਾਡੀ ਜੇ ਰਜ਼ਾ ਹੈ ਤੇ ਮੈਂ ਤੁਹਾਨੂੰ ਜੋ ਦਿੱਤਾ ਹੈ ਉਹੀ ਤੁਸੀਂ ਮੈਨੂੰ ਦੇ ਦਿਓ। ਇਤਿਹਾਸਕਾਰ ਨੇ ਲਿਖਿਆ ਹੈ, ਗੁਰੂ ਸਾਹਿਬ ਜੀ ਨੂੰ ਕਹਿੰਦਾ ਪਾਤਸ਼ਾਹ ਆਪਾਂ ਅਦਲਾ ਬਦਲਾ ਕਰ ਲਈਏ। ਤੇ ਗੁਰੂ ਸਾਹਿਬ ਕਹਿੰਦੇ ਨੇ ਕੈਸਾ ਅਦਲਾ ਬਦਲਾ, ਤੁਹਾਡੀ ਦੀ ਕੁਰਬਾਨੀ ਬਹੁਤ ਹੈ। ਉਹਨੇ ਫਿਰ ਕਿਹਾ ਪਾਤਸ਼ਾਹ ਮੈਂ ਆਪਣੇ ਪੁੱਤਰ ਨਿਸ਼ਾਨ ਤੁਹਾਨੂੰ ਦੇ ਦਿੱਤੇ ਆ, ਤੁਸੀਂ ਆਪਣੇ ਨਿਸ਼ਾਨ ਕੇਸ਼ ਜੋ ਗੁਰੂ ਕੀ ਮੋਹਰ ਤੇ ਤੁਹਾਡੀ ਨਿਸ਼ਾਨੀ ਹੈ ਮੇਰੀ ਝੋਲੀ 'ਚ ਪਾ ਦਿਓ। ਹਿਸਾਬ ਕਿਤਾਬ ਬਰਾਬਰ ਕਰਕੇ ਜਾਣਾ, ਨਾ ਤੁਹਾਡਾ ਮੇਰੇ ਤੇ ਕੋਈ ਅਹਿਸਾਨ ਤੇ ਨਾ ਮੇਰਾ ਤੁਹਾਡੇ ਤੇ ਕੋਈ ਅਹਿਸਾਨ, ਕਿਉਂਕਿ ਬਰਾਬਰ ਦੇ ਹੋ ਕੇ ਟੱਕਰਦੇ ਆ। ਗੁਰੂ ਸਾਹਿਬ ਨੇ ਕੇਸ ਹਰੇ ਕਰਦੇ ਸਨ ਸ਼ਬਦ। ਵੈਸੇ ਮੈਂ ਰਾਤ ਵੀ ਗੋਲ ਮਾਰਕੀਟ ਬੇਨਤੀ ਕੀਤੀ ਸੀ ਵੀ ਸਾਡੀ ਪੰਜਾਬੀ ਮਰਦੀ ਜਾਂਦੀ ਹੈ, ਅਸੀਂ ਹੁਣ ਹੌਲੀ ਹੌਲੀ ਇਹਨਾਂ ਸ਼ਬਦਾਂ ਨੂੰ ਬਾਰ-ਬਾਰ ਰਿਪੀਟ ਕਰਨਾ ਛੱਡ ਦਿੱਤਾ ਹੈ ਤੇ ਸਾਡੀ ਪੰਜਾਬੀਅਤ ਹਿੰਦੀ ਥੱਲੇ, ਥੋੜੀ ਅੰਗਰੇਜ਼ੀ ਥੱਲੇ, ਥੋੜੀ ਬੰਗਾਲੀ ਥੱਲੇ ਹੌਲੀ ਹੌਲੀ ਦਬ ਚੱਲੀ ਹੈ। ਅਸੀਂ ਆਪਣੇ ਸ਼ਬਦਾਂ ਨੂੰ ਸਾਂਭੀਏ। ਸਾਡਾ ਪੰਜਾਬੀਅਤ ਦਾ ਸ਼ਬਦ ਸੀ ਸਿਰ ਨੂੰ ਵਾਹੁਣ ਦਾ ਅਰਥ ਇਤਿਹਾਸਕਾਰਾਂ ਨੇ ਲਿਖਿਆ ਸੀ ਕੇਸ ਹਰੇ ਕਰਨਾ, ਇਹ ਪੰਜਾਬੀ ਦਾ ਸ਼ਬਦ ਹੈ। ਹੌਲੀ ਹੌਲੀ ਇਹ ਸ਼ਬਦ ਮਰਦੇ ਜਾਂਦੇ ਆ। ਅਸੀਂ ਬੇਬੇ ਭੁੱਲ ਗਏ, ਅਸੀਂ ਭੈਣ ਭੁੱਲ ਗਏ, ਅਸੀਂ ਦੀਦੀਆਂ ਤੇ ਖੜ ਗਏ। ਦੀਦੀ ਤਾਂ ਬੰਗਾਲੀ ਦਾ ਸ਼ਬਦ ਹੈ, ਪੰਜਾਬੀ ਦਾ ਇਹਦੇ 'ਚ ਕੋਈ ਰੂਪ ਰੰਗ ਨਹੀਂ ਹੈ। ਇਹ ਸਾਰੀ ਸਾਡੀ ਆਪਣੀ ਜਾਗਰਤੀ ਦੀ ਸਿਰਜਣਾ ਹੋਣੀ ਚਾਹੀਦੀ। ਅਸੀਂ ਸਿਰਫ ਮੋਰਚੇ ਬਾਰੇ ਗੱਲਾਂ ਕਰ ਸਕਦੇ ਹਾਂ, ਅੱਜ ਦਾ ਵਕਤ ਹੈ, ਪਰ ਹਰ ਪਹਿਲੂ ਤੇ ਸਾਨੂੰ ਜਾਗਣਾ ਪੈਣਾ, ਹਰ ਪੱਖ ਤੇ ਸੁਚੇਤ ਹੋਣ ਦੀ ਲੋੜ ਹੈ। ਮਰਿਆਦਕ ਪੱਖੋਂ, ਸੰਸਾਰਕ ਪੱਖੋਂ, ਭਾਸ਼ਾ ਪੱਖੋਂ, ਪਹਿਰਾਵੇ ਪੱਖੋਂ, ਆਪਣੇ ਹੱਕਾਂ ਪੱਖੋਂ, ਆਰਥਿਕ ਪੱਖੋਂ, ਰਾਜਨੀਤਿਕ ਪੱਖੋਂ, ਧਾਰਮਿਕ ਪੱਖੋਂ, ਹਰ ਪੱਖ ਤੋਂ ਸਾਨੂੰ ਸੁਚੇਤ ਹੋਣ ਦੀ ਲੋੜ ਹੈ। ਇਹੀ ਸਾਡੀ ਜ਼ਿੰਦਗੀ ਦਾ ਸਭ ਤੋਂ ਅਹਿਮ ਪੱਖ ਹੋਏਗਾ। ਗੁਰੂ ਸਾਹਿਬ ਦੇ ਕੋਲੋਂ ਉਹ ਕੇਸ ਤੇ ਕੰਗਾ ਪਵਾ ਕੇ ਪੀਰ ਬੁੱਧੂ ਸ਼ਾਹ ਪੋਟਲੀ ਬੰਨ ਕੇ ਘਰ ਲੈ ਗਿਆ, ਬੀਬੀ ਨਸੀਰਾ ਨੂੰ ਦਿੱਤਾ ਤੇ ਉਹਨੇ ਪੁੱਛਿਆ ਸੀ ਵੀ ਪੁੱਤਰ ਕਿੱਥੇ ਆ। ਸੁਭਾਵਕ ਹੈ, ਬੱਚੇ ਗਏ ਸੀ ਨਾਲ ਨਹੀਂ ਆਏ। ਉਹ ਅੱਗੋਂ ਜਵਾਬ ਦੇ ਕੇ ਕਹਿੰਦੇ ਪਿਆਰਾ ਸਿੰਘ ਪਦਮ ਹੋਰਾਂ ਨੇ ਆ ਪੰਕਤੀ ਲਿਖੀ ਹੈ, ਉਹ ਕਹਿੰਦੇ ਆ ਗੁਰੂ ਗੋਬਿੰਦ ਸਿੰਘ ਪ੍ਰੇਮ ਦੀ ਮੰਡੀ ਲਾ ਕੇ ਬੈਠੇ ਸਨ, ਮੈਂ ਆਪਣੇ ਪੁੱਤਰ ਵੇਚ ਕੇ ਗੁਰੂ ਦੀ ਨਿਸ਼ਾਨੀ ਖਰੀਦ ਕੇ ਲਿਆਇਆ। ਜਜ਼ਬਿਆਂ ਵਾਲੇ ਹਮੇਸ਼ਾ ਹੀ ਅਗਾਂਹ ਸੋਚਦੇ ਆ। ਬਾਬਾ ਅਜੀਤ ਸਿੰਘ ਆ ਗਏ, ਉਸ ਤੋਂ ਬਾਅਦ ਬਾਬਾ ਜੁਝਾਰ ਸਿੰਘ, ਬਾਬਾ ਜੋਰਾਵਰ ਸਿੰਘ ਤੇ ਬਾਬਾ ਫਤਿਹ ਸਿੰਘ, 4 ਸਾਹਿਬਜ਼ਾਦਿਆਂ ਦਾ ਆਗਮਨ ਹੋਇਆ। ਆਨੰਦਪੁਰ ਸਾਹਿਬ ਰੌਣਕਾਂ ਵੀ ਲੱਗੀਆਂ ਜੀ।
गुरु साहब जी ने अपने सिखां नाल स्नेह ते प्यार भी बड़ा किया। बच्चियां च कदी फर्क नहीं सी करते, कदी उन्होंने ये नहीं सी कहा भी भाई उन्हों का भी तो परिवार सी, भाई उदय सिंह का परिवार सी जी, भाई बचित्र सिंह होरां दा परिवार सी अपना। ये सारे सब दे आनंद कारज होए सन। आनंदपुर साहब की धरती ते सारे सिखां दी वसों सी। भाई बचित्र सिंह दे 3 बच्चे सन, जिन्हां ने नागनी माली ते जिन्हां नूं सरसा दे कंडे सैकदे नूं कोटला निहंग खान दे घर छड्ड के आए सन। गुरु गोबिंद सिंह साहब दे सिख ते गुरु साहब आप उत्थे शहीद हो गया सी, जिस नूं बीबी मुमताज कोटला निहंग खान दी बच्ची अपना शौहर मानदी सी। ते उन्हें क्या सी, तुसी इनू क्या है भी मेरा पति धी जवाई अंदर सुते भावें जान बचाउण लई क्या, पर मैं इनू स्वीकार दी हां। अज तो एदा मेरा शौहर है, सारी जिंदगी वो कुवारा डोला रहा। उन्होंने कोई पुछदा सी तू कौन है, वो जवाब दिंदी सी मैं गुरु गोबिंद सिंह साहब दी धी बनी हुई हां ते रिश्ता मेरा उन्हां नाल नूंह वाला है। ये सांझ आपो अपनी। इतिहास दे रूप बड़े वखरे आ जी। भाई बचित्र सिंह होना दा, भाई अजब सिंह, अजैब सिंह, भाई मनी सिंह, ये सब दे परिवार उत्थे रहिंदे आ। समय नाल झगड़ा पिया, चलो आपां गल छोटी करिए, सीमित करिए। गुरु गोबिंद सिंह साहब जी ने पंथ खालसे दी सिरजना कीती ते आजादी शिखर ताते सी, लोग आउंदे सन। एक छोटी जी गल होर इत्थे, जिहड़ियां लिखतां पहाड़ी राजियां बाबत लिखियां गईयां, उन्हां च बहुत कुछ ऐसा है जदों असीं पढ़दे हां ते नुकते बड़े गंभीर सानू लभदे। जदों पहाड़ी राजे गुरु गोबिंद सिंह साहब तो भंगाड़ी दे मैदान च हार के गए ना, कई साल तक ते उन्हां साह नहीं कढिया, क्योंकि पहलां सोचदे सन भी 4 सिख ने असीं तां दली मली कर देना, असीं पुश्तां दे राजे, साडी सेना इन्नी ताकतवर, पर वो भुल गए सन एक पासे ते पहाड़े दे किराए दे सिपाही है ते दूसरे पासे जिगरे वाले ते प्यार वाले है। जदों सिखां ने हथ विखाए, वो बंदे इतिहास मानदा है 7-8 साल तक उन्हां कोई आवाज नहीं कढ़ी, शांत होके बह गए। फिर पहाड़ियां ने एक सभा की भी हुण साडे कोलों तां गल बननी कोई नहीं, किन्ना चंगा होवे असीं वजीर खां औरंगजेब इन्हां सारियां दे नाल सांझ बनाईए। हुण विरोधी तां विरोधी है, कुनबा सारा इकट्ठा होया। इतिहासकार लिखदे एक सूबा मुल्तान जिहड़ा है, अताउल्ला खां उहदा नाम सी, वो इहदे च शामिल नहीं होया। बाकी सारे सूबा सरहंद, सूबा कश्मीर, सूबा पेशौर, होर परगने जितने भी सन 22 धार दे 28 तो वध पहाड़ी राजे, नवाबां दियां फौजां, जिहदे च नवाब मलेरकोटला, जिन्हें बाद च भावें हा दा नारा मारे, बाद विच वो साहबजादियां दे हक विच भी खड़ा होया, पर वो गुरु गोबिंद सिंह साहब जी दे खिलाफ भी लड़िया। ते नवाब मलेरकोटला शेर मुहम्मद खान दी मौत भी सिखां दे नाल मैदाने जंग च लड़दियां ही हुई है। उन्हां हाँ उत्थे जरूर उन्हां कहा से भी बदला लेना होगा, लेंगे बाप से, खुदा महफूज रखे हमें इस पाप से। ये सारा कुनबा इकट्ठा होया ना, क्या दुश्मन साडा सब दा साझा है, सदियां तो राजनीति करदे आ, साडी ताकत साडी समर्था नूं अज तक किसी ने चैलेंज नहीं कीता। नेकी जी लिखदे आ, वो कहंदे ने पहाड़ियां दी बोली सी भी कल दा जवाक साडे नाल आडा लैंदा है, असीं मलिया मेट करके रख देना। उन्हां प्लानिंग करके आनंदपुर साहब नूं घेरा पा लिया। एशिया दी सब तो वड्डी हुकूमत, देखो सरकारां कंबदियां ने, इस गल नूं समझ लिओ जी। आ 4 चपेरे जेड़े नाके ला के बैठे आ, घबराहट दी निशानी है भी लोग इकट्ठे नहीं होने चाहिए। भावें डेमोक्रेसी है ते भावें अज दी पहला डिक्टेटरशिप ते अज दी डेमोक्रेसी, दोनों च सरकार कदी नहीं चाहती लोग इकट्ठे हों। डिवाइड एंड रूल्स, पाड़ो ते राज करो, हमेशा तो नीति पहला भी सी अज भी है। कहते हैं ना भी अंग्रेजां दी नीति सी भी पाड़ो ते राज करो, नहीं, ये दुनिया च जिथे भी राजनीति लोकां दी बर्बादी लई चलदी है, उत्थे पाड़ो ते राज करो दी नीति लागू होंदी। अज भी है डिवाइड एंड रूल्स, ये सब कुछ चलता है। इनू तुसीं
अपनी जिंदगी च अखां दे ओले नहीं कर सकते भी असीं अंग्रेजां नूं गालां कढ दईए जी वो पाड़ो ते राज करो दी नीति ते चलदे सन। आ किसानी संघर्ष साडे टिक्का रिपदमन सिंह ने भी लड़िया है, महाराजा नाभे ने। वो जदों अंग्रेजां दीयां नीतियां दे खिलाफ खड़ा हुंदा सी, बहुत लम्मा समा उदों भी सिख स्ट्राइक ते रहे भी साडी भोए बाबा बंदा सिंह बहादुर ने सानू दित्ती, तुसी कौन हुंदे हो दी मलकीयत लैण वाले। उदों भी सिखां ने संघर्ष कीता ते अंग्रेजां दे हत्थों बहुतियां दी जमीन जायदाद भोए नू बचाया। कमाल दी गल है, अज भी जदों साडीआं जमीनां ते भारत दे किसानां दीआं जमीनां ते डाके पैंदे आ ते सिख ही अगे खड़ोते आ। अंग्रेजां नाल लड़े तां भी असीं, इन्हां नाल लड़ीए ते तां भी असीं। राजनीति हमेशा इक्को जी हुंदी आ, कानून ते सारे गोरियां वाली आ, कोई वखरा ते नहीं। उन्हां नूं तां भंडी जांदी है दुनिया, उन्हां नूं असीं सारे गालां कढदे। ठीक है, उन्हां ने अपने समय पूरा धक्का कीता, जुल्म कीता, पर उस जुल्म दी गल करके अज दे जुल्म ते धक्के नूं विसारना नहीं चाहिए। अज भी उही कुछ चलदा, उही माहौल है, उही सारियां चीज़ां ने। उदों फिर भी किते ना किते थोड़ी इंसानी आवाज़ नूं सुनिया जांदा सी, भावें वो बागियां नूं दबाउणा हर सरकार दा अपना एक किता हुंदा है। पर अज महीना हो गया बैठे, किसी ने चज नाल गल तक नहीं सुनी। वो चार बंदे अपने इकट्ठे करके ले आउंदे आ, मंत्री नूं ज्ञापन फड़ाउंदे आ। वो कहंदा साडे सारे किसान तां साडे नाल आ भाई, जे तेरे 4-5 तेरे नाल है, जिहड़े लखां सड़कां ते बैठे हो किहड़े अरशों डिगे, वो भी तां खेती करन वाली है। हक्कां दी बात हमेशा संघर्ष रूप विच अगे तुरदी है। ते जदों असीं अपनी इतिहासक प्रणाली नूं देखांगे, ਉਹਦੇ ਚ बड़ी स्पष्टता दे नाल गुरु नानक साहब दा घर साडे हक्कां दी, साडे जीवन दी आज़ादी दी गल करदे। आनंदपुर घेरिया गया, उन्हां दा मकसद सी गुरु साहब नूं फड़ लवांगे, गल मुक जाएगी, सिख डर जाणगे, पर खालसा कित्थे घबराण वाला। 8 महीने तक बाहर बैठे रहे, जंगां भी होईयां छोटियां मोटियां, किते मस्त हाथी नूं शराब पिया के लिआउंदे। केसरी चंद ने ललकारा मारिया सी, कहंदा वजीर खान दे सामने, होर बंदियां दे सामने, कहंदा मैं गुरु गोबिंद सिंह साहब दा सिर कलम करके लिआउणा। मस्त हाथी नूं शराब पियाई अगले। लोहगढ़ गुरु साहब दे हथियारां दी फैक्टरी सी, ਉਹਨੂੰ ਤੋੜਨਾ ਚਾਹੁੰਦੇ ਸਨ ਤੇ ਸਭ ਕੁਝ ਕਬਜ਼ੇ 'ਚ ਲੈਣਾ ਚਾਹੁੰਦੇ ਸਨ। ਅੱਜ ਦਾ ਆਨੰਦਪੁਰ ਸਾਹਿਬ ਜਿੱਦਾਂ ਦੀ ਵਸੋਂ ਉਦੋਂ ਦੀ ਨਹੀਂ, ਉਦੋਂ ਤੇ ਗੁਰੂ ਸਾਹਿਬ ਨੇ ਕਿਲਿਆਂ ਨਾਲ 4 ਛਪੇਰਿਆਂ ਨੂੰ ਕਵਰ ਕੀਤਾ ਹੋਇਆ ਸੀ। ਉਦੋਂ ਦਾ ਮਾਹੌਲ ਕੁਝ ਵੱਖਰਾ ਸੀ। ਕੇਸਰੀ ਚੰਦ ਨੇ ਕਿਹਾ ਸੀ ਮੈਂ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਸਿਰ ਕਲਮ ਕਰਾਂਗਾ। ਮਸਤ ਹਾਥੀ ਨੂੰ ਸ਼ਰਾਬ ਪਿਆਈ, ਨਾਲ ਆਪ ਤੁਰਿਆ। ਉਧਰ ਦੁਨੀ ਚੰਦ ਨੂੰ ਵੀ ਗੁਰੂ ਸਾਹਿਬ ਨੇ ਕਿਹਾ ਸੀ ਵੀ ਹਾਥੀ ਨਾਲ ਹਾਥੀ ਲੜਾਵਾਂਗੇ। ਰੋਟੀਆਂ ਬਹੁਤ ਖਾਂਦਾ ਸੀ, ਪਰ ਜਦੋਂ ਲੋੜ ਪਈ ਤੇ ਛੱਡ ਕੇ ਭੱਜ ਗਿਆ। ਉਹ ਕੰਧ ਟੱਪ ਗਿਆ, ਉਹਦੀ ਲੱਤ ਟੁੱਟ ਗਈ। ਭਾਈ ਬਚਿੱਤਰ ਸਿੰਘ, ਕੱਦ ਭਾਵੇਂ ਭਾਈ ਬਚਿੱਤਰ ਸਿੰਘ ਦਾ ਛੋਟਾ ਸੀ, ਪਰ ਗੁਰੂ ਸਾਹਿਬ ਨੇ ਆਪਣੇ ਕੋਲੋਂ ਨਾਗਣੀ ਬਰਛਾ ਫੜਾਇਆ। ਨਾਲ ਭਾਈ ਉਦੈ ਸਿੰਘ ਤਿਆਰ ਹੋਏ। ਦਰਵਾਜ਼ਾ ਖੁੱਲਿਆ। ਮਸਤ ਹਾਥੀ ਦੇ ਸਿਰ 'ਚ ਵੱਜੇ ਹੋਏ ਤਵਿਆਂ ਨੂੰ ਪਾਰ ਕਰਦਾ ਹੋਇਆ ਭਾਈ ਬਚਿੱਤਰ ਸਿੰਘ ਦਾ ਨਾਗਣੀ ਬਰਛਾ ਜਦੋਂ ਹਾਥੀ ਦੇ ਮੱਥੇ 'ਚ ਗਿਆ, ਪਿੱਛੇ ਭੌਂ ਗਿਆ। ਕੇਸਰੀ ਚੰਦ ਜਿਹੜਾ ਲਲਕਾਰੇ ਮਾਰਦਾ ਸੀ, ਲੁੱਟ ਲੋ ਮਾਰ ਲੋ, ਭਾਈ ਉਦੈ ਸਿੰਘ ਦੇ ਤਲਵਾਰ ਦੀ ਇੱਕੋ ਵਾਰ ਦੇ ਨਾਲ ਉਹਦਾ ਸਿਰ ਧੜ ਤੋਂ ਅਲੱਗ ਹੋ ਗਿਆ। ਨੇਜੇ 'ਚ ਪਰੋ ਕੇ ਗੁਰੂ ਗੋਬਿੰਦ ਸਿੰਘ ਦੇ ਕਦਮਾਂ 'ਚ ਲਿਆ ਕੇ ਸਿੱਟ ਕੇ ਭਾਈ ਉਦੈ ਸਿੰਘ ਕਹਿੰਦਾ ਸੱਚਾ ਪਾਤਸ਼ਾਹ, ਜਿੰਨਾ ਚਿਰ ਤੱਕ ਅਸੀਂ ਜਿਉਂਦੇ ਆ ਤੇਰਾ ਸਿਰ ਤੇ ਕਿਤੇ ਨਹੀਂ ਜਾਏਗਾ, ਪਰ ਜਿਹੜੇ ਲਲਕਾਰੇ ਮਾਰਦੇ ਆ ਉਹਨਾਂ ਦਾ ਸਿਰ ਤੇਰੇ ਕਦਮਾਂ ਜ਼ਰੂਰ ਹੋਏਗਾ। ਜਿਗਰੇ ਬੜੇ ਮੁਕੰਮਲ ਸਨ। ਉਹਨਾਂ ਘੇਰਾ ਪੈ ਗਿਆ, ਉਹਨਾਂ ਕਸਮਾਂ ਵੀ ਖਾਧੀਆਂ ਜੀ, ਕਸਮਾਂ ਤੇ ਸਿੱਕੇ ਵੀ ਟੰਗੇ, ਭੁੱਲ ਗਏ ਸਭ ਕੁਝ। ਵੈਸੇ ਇੱਥੇ ਜੋਗੀ ਜੀ ਨੇ ਇੱਕ ਸ਼ਬਦ ਬੜਾ ਕਮਾਲ ਦਾ ਲਿਖਿਆ, ਕਹਿੰਦਾ ਨਮਕ ਹਰਾਮ ਬੰਦੇ ਸਨ ਉਹ ਜਿਨ੍ਹਾਂ ਨੇ ਆਪਣੇ ਧਰਮ ਦੀ ਕਸਮ ਨੂੰ ਵੀ ਪਿੱਛੇ ਪਾ ਦਿੱਤਾ। ਰਾਜਨੀਤੀ ਨਹੀਂ ਕੁਝ ਵੀ ਦੇਖਦੀ। ਅੱਜ ਜਿਹੜਾ ਤੁਹਾਡੇ ਨਾਲ ਪੈਰੀ ਪੈ ਕੇ ਵਾਅਦਾ ਕਰਕੇ ਜਾਂਦਾ, ਸਾਡੇ ਆਲੇ ਦੁਆਲੇ ਦੇ ਨੇਤੇ ਹੀ ਆ, ਇਹ ਵੀ ਤਾਂ ਕਸਮਾਂ ਹੀ ਭੁੱਲਦੇ ਆ, ਹੋਰ ਕੁਝ ਨਹੀਂ। ਤੁਹਾਡੇ ਨਾਲ ਵਾਅਦਾ ਕੀਤਾ ਜੀ ਅਸੀਂ ਸਾਰੀ ਜ਼ਿੰਦਗੀ ਤੁਹਾਡੇ ऋणी ਰਵਾਂਗੇ, ਵੋਟ ਸਾਨੂੰ ਦਿਓ। ਜਿੱਦਣ ਜਿੱਤ ਜਾਂਦੇ ਆ ਫਿਰ ਕੋਈ ਨਹੀਂ ਬਾਤ ਪੁੱਛਦਾ, ਫਿਰ ਸਭ ਉਹਨਾਂ ਦੇ ਸੋਲੇ ਗਾਉਂਦੇ ਆ ਜਿੱਥੋਂ ਵੱਡੀਆਂ ਵੱਡੀਆਂ ਇਹਨਾਂ ਨੂੰ ਮਿਲਦੀਆਂ। ਮੈਂ ਕਈ ਵਾਰ ਸਮਝਦਾ ਵੀ ਅਸੀਂ ਪਹਾੜੀ ਰਾਜਿਆਂ ਨੂੰ ਗਾਲਾਂ ਕੱਢੀ ਜਾਂਦੇ ਆ। ਅਸੀਂ ਔਰੰਗਜ਼ੇਬ ਮੰਨ ਲਓ ਸਾਰੇ ਮਤਸਬੀ ਤੇ ਭੈੜੇ ਸਨ,
पर अज वालियां किहड़ा कोई चज दा चन्न चाढ़िया होया, ये भी तां कसमां तो ही फिरदे आ, वादा करदे आ भी लाशां ते राजनीति नहीं करांगे, तखत ते बहिंदे होए परवाह नहीं करदे, पता नहीं किन्ने एक घर उजाड़ के रख दिंदे, सारा कुछ चली जांदे। धन गुरु गोबिंद सिंह साहब जी दे सामने उन्हां कसमां भी खादियां। गुरु साहब ने कसमां नूं दी परवाह नहीं कीती। पातशाह जी इत्थों तक कहंदे सन, तुसी गऊ दी कसम खांदे हो, इहा ते पशु है, इसका क्या विसा, एदा की भरोसा है। वो बेचारा कुरान चक्की फिरदा सी। इत्थों तक गुरु गोबिंद सिंह साहब कहंदे ने, जे तुसी धर्म दे असल पक्ष नूं समझिया हुंदा ते इत्थे घेरा पा के ना बैठे, तुसीं तां आप कुरान दे ताबेदार नहीं हो, तुसीं किहड़ा धर्म दा पक्ष अपनी जिंदगी सवकारिया। हाँ, उस वक्त माहौल बनिया ऐसा, वो गिड़ गिड़ाउंदे सन भी एक बार आनंदपुर साहब तो चले जाओ, साडी इज्जत बच जाएगी, पिछे तुसीं वापस भावें परत के आ जाओ। पर गुरु साहब नूं पता सी भी जेड़े अज तक सिर्फ धोखे ही करते रहे, वो हुण भी धोखा ही करन। आनंदपुर दा किला छड्डिया, सरसा ते परिवार विछोड़ा पै गया। एक बेनती होर करनी चाहना, चमकौर दी गड़ी चो गुरु गोबिंद सिंह अपने बच्चियां दी लाश दे कोलों लंघे। इतिहास लिखदा है, पर इतिहास बहुत थावां ते खामोश हो जाता है। जदों बजुर्ग भाई मनी सिंह अपने 5 पुत्रां दीयां लाशां दे कोलों दी लंघदा है। भाई उदय सिंह, चलो भाई बचित्र सिंह नूं तां चक लिया सी, भाई बलराम सिंह, भाई अजब सिंह, अजैब सिंह, ये सरसा दे कंढे शहीद होए। अज बाबा अजीत सिंह दे जथे च शामिल सन। किन्नी कमाल दी गल है। उम्र करके भाई बचित्र सिंह गुरु गोबिंद सिंह साहब तो वड्डे आ, भाई उदय सिंह भी गुरु गोबिंद सिंह साहब तो वड्डे आ, पर सच वेखो कमांडर कौन है? भाई उदय सिंह ते भाई बचित्र सिंह दी अगवाई करने वाला बाबा अजीत सिंह है, जेड़ा गुरु गोबिंद सिंह साहब दा बच्चा है ते उम्र करके दोनों तो बहुत छोटा। इस करके जिसने जो जिम्मेवारी निभानी सी, गुरु साहब ने वो जिम्मेवारी उन्होंने दिती। कोई सिख पिछे नहीं परतिया। बदावियां दा भी जिक्र होया, वो भी पक्ष इतिहास विच हैगा है। सतगुरु गुरु गोबिंद सिंह साहब सरसा पार कीती, परिवार विछड़ गया, इधर चमकौर चले गए, उथे गुरु साहब जंग लड़ी, शहादत दा जाम पी गए। दूसरे पासे सरहंद साडे छोटे बाबे गरजे, उन्हां दी आवाज सी, सच को मिटाओगे मिटोगे जहान से, अकाल डरता नहीं किसी शहनशाह की शान से, हम तुमको कह रहे हैं सुन लो दिल के कान से। इसके बाद बस थोड़ी देर थी, बस्ती सरहंद शहर का ईंटों का ढेर थी। इत्थे एक जिक्र करके समाप्ति करने लगा समा हो चुका है। साहिबजादे ते सिख शहीद हो गए। भाई संगत सिंह दा सिर कलम करके वजीर खान ललकारे मार के कहंदा सी भी गुरु गोबिंद सिंह नूं असीं मार मुकाया, पर वो जिहड़ी खुशी बहुता समा नहीं रही। चमकौर दा मैदान समाप्त हो गया। जित दे नगारे वजाउणा चाहुंदे सन, पर विचारे हार गए। उन्हां दा मकसद सी गुरु गोबिंद सिंह साहब नूं पकड़ना, ते उहदे चों कामयाब नहीं हो पाए। निशाने ते जंग लड़ी जाती है। अगलियां दा निशाना सी गुरु साहब नूं अपने काबू च करना। सिख भावें खेरू खेरू भी होए, शहीद भी हो गए, पर जे आगू मुकम्मलता नाल खलोते ते गल तां फिर उही रह गई। ये गुरु साहब कदी किसे इट्टां दे ते घरां दे मुहताज नहीं रहे। इस गल नूं समझियो। आनंदपुर साहब छड्ड के भी धर्म दी बात मुक्की नहीं सी। गुरु तेग बहादुर साहब नूं तृष्णा च रत्ते होए मसंदा ने दरबार साहब वड़न नहीं सी दिता। गुरु साहब बाहर थड़े ते बह के आ गए सन। रब दी जाए धन गुरु तेग बहादुर साहब गुरु गोबिंद सिंह साहब ने अपनी ता उम्र अमृतसर वालों निगाह नहीं सी मारी, क्योंकि मेरा बाबा कहता है धर्म उथे शुरू हुंदा है जिथे सच वाले बह जाते हैं। वही थां पवित्र है। भावें अज वो साडा केंद्रीय स्थान है, अज उसकी पवित्रता ते मजबूती ते अकाल तख्त की सिरजना का जिक्र होएगा, पर गुरु साहब ने कदी थावां की परवाह नहीं की। आनंदपुर साहब वाल कदी बाद विच पिछा भौं के नहीं देखे। वो तो पहाड़ी ते सारे खाली करके चले गए सन। धन गुरु गोबिंद सिंह साहब सच्चे पातशाह जी की बात मुकम्मल रही। इत्थे फिर एक बच्ची 22 साल की नौजवान गभरू उठी। उन्होंने पता लगा चमकौर दा मैदान ते साहिबजादे शहीद होए।
ਉਹ ਆਪਣੇ ਘਰ ਤੋਂ ਥੋੜਾ ਬਹੁਤ ਜਿੱਦਾਂ ਦਾ ਸਰਦਾ ਪਰਦਾ ਉਹ ਕਰ ਸਕਦੀ ਸੀ। ਉਹਨੇ ਸਾਜੋ ਸਮਾਨ ਇਕੱਠਾ ਕੀਤਾ, ਲੱਕੜਾਂ ਮੌਜੂਦ ਸਨ, ਉਹਨੇ ਝਾੜੀਆਂ ਤੋੜ ਤੋੜ ਕੇ ਜਿੱਦਾਂ ਦੀਆਂ ਉਹਦੇ ਕੋਲ ਚਿਖਾ ਬਣਾਈ, ਉਹਨੇ ਖਿੱਚ ਧੂ ਕੇ ਸਿੱਖਾਂ ਦੀਆਂ ਲਾਸ਼ਾਂ ਨੂੰ ਤੇ ਸਾਹਿਬਜ਼ਾਦਿਆਂ ਦੀਆਂ ਲਾਸ਼ਾਂ ਨੂੰ ਇੱਕ ਥਾਂ ਇਕੱਠਾ ਕੀਤਾ। ਬੜੀ ਵੱਡੀ ਕੁਰਬਾਨੀ ਸੀ ਦੀ ਉਹਦੀ, ਬੇਪਰਵਾਹ ਹੋ ਕੇ ਉਹਨੇ ਕਾਰਜ ਕੀਤਾ। ਉਹਨੇ ਆਪਣੇ ਵੱਲੋਂ ਪੂਰਾ ਸੰਸਕਾਰ ਨਹੀਂ ਸੀ ਕਰ ਸਕੀ, ਜਿੰਨਾ ਹੋ ਸਕਿਆ ਉਹਨੇ ਲੱਕੜਾਂ ਇਕੱਠੀਆਂ ਕਰਕੇ ਲਾਸ਼ਾਂ ਦਾ ਢੇਰ ਬਣਾ ਕੇ ਉਹਨੇ ਲਾਂਬੂ ਲਾਇਆ, ਕੋਲ ਬਹਿ ਕੇ ਸੋਹਿਲਾ ਸਾਹਿਬ ਦਾ ਪਾਠ ਕਰਨ ਲੱਗੀ ਹੈ। ਜਿਹੜੇ ਨਸ਼ੇ 'ਚ ਧੁੱਤ ਪਹਿਰੇਦਾਰ ਉੱਥੇ ਬੈਠੇ ਸਨ ਵੀ ਕਿਸੇ ਨੂੰ ਸਾਹਿਬਜ਼ਾਦਿਆਂ ਦੀ ਲਾਸ਼ ਨਹੀਂ ਚੁੱਕਣ ਦੇਣੀ, ਉਹਨਾਂ ਨੂੰ ਜਾਗ ਆਈ। ਉਹਨਾਂ ਆ ਕੇ ਪੁੱਛਿਆ, ਤੂੰ ਕੌਣ ਹੈ? ਕਹਿੰਦੀ, ਮੈਂ ਗੁਰੂ ਗੋਬਿੰਦ ਸਿੰਘ ਦੀ ਬੱਚੀ ਹਾਂ। ਕੀ ਕਰਨ ਆਈ ਹੈ? ਆਪਣੇ ਭਰਾਵਾਂ ਦਾ ਸੰਸਕਾਰ ਕਰਨ ਵਾਸਤੇ ਆਈ। ਉੱਥੇ ਫਿਰ ਉਹਨਾਂ ਹਮਲਾ ਕੀਤਾ, ਕਿਉਂਕਿ ਉਹ ਨਹੀਂ ਸੀ ਚਾਹੁੰਦੇ ਵੀ ਸਾਡੀ ਗੱਲ ਸਰਕਾਰੇ ਦਰਬਾਰੇ ਪਹੁੰਚੇ। ਬੀਬੀ ਹਰਸ਼ਰਨ ਕੌਰ ਲੜਦੀ ਹੈ ਉਹਨਾਂ ਨਾਲ, ਉਹ ਜ਼ਿਆਦਾ ਸਨ, ਬੇਹੋਸ਼ ਹੋ ਕੇ ਧਰਤੀ ਤੇ ਡਿੱਗਦੀ ਹੈ। ਬਲਦੀ ਹੋਈ ਅੱਗ ਦੀਆਂ ਲਪਟਾਂ ਵਿੱਚ ਉਸ ਬੱਚੀ ਨੂੰ ਚੁੱਕ ਕੇ ਜ਼ਾਲਮ ਹਾਕਮ ਸਿੱਟ ਦਿੰਦੇ ਆ। ਤੇ ਜਿੱਥੇ ਸਾਹਿਬਜ਼ਾਦੇ ਸ਼ਹੀਦ ਹੋਏ ਉੱਥੇ ਚਮਕੌਰ ਦੀ ਗੜੀ ਵਿੱਚ ਇੱਕ ਬੀਬੀ ਦੀ ਵੀ ਸ਼ਹਾਦਤ ਹੈ, ਜਿਹੜੀ ਆਪਣੇ ਭਰਾਵਾਂ ਦਾ ਸੰਸਕਾਰ ਕਰਦੀ ਸ਼ਹੀਦ ਹੋ ਗਈ। ਉਹਨਾਂ ਮਹਾਨ ਗੁਰਸਿੱਖਾਂ ਨੂੰ ਸਾਡਾ ਹਮੇਸ਼ਾ ਪ੍ਰਣਾਮ ਰਹੇ। ਯਤਨ ਕਰੀਏ ਅਸੀਂ ਸੱਚ ਦੇ ਪਾਂਧੀ ਬਣ ਸਕੀਏ। ਸਮੱਸਿਆਵਾਂ ਬਹੁਤ ਆਉਂਦੀਆਂ, ਅੱਜ ਕੋਈ ਇੰਨਾ ਦੌਰ ਨਹੀਂ, ਸਾਡੇ ਵਾਲੇ ਤੇ ਡਰਦੇ ਬਹੁਤ ਹੈ ਭਾਈ, ਵੀ ਬੋਲਣਾ ਗੁਨਾਹ ਨਹੀਂ ਭਾਈ। ਜਦੋਂ ਸਾਰੇ ਇਕੱਠੇ ਹੋ ਕੇ ਬੋਲਦੇ ਆ ਨਾ, ਫਿਰ ਤੁਹਾਡੀ ਆਵਾਜ਼ ਸੁਣੀ ਜਾਂਦੀ। ਅੱਜ ਦੇ ਸਮੇਂ 'ਚ ਬੋਲਣਾ ਪੈਣਾ, ਆਪਣੀ ਗੱਲ ਰੱਖੋ। ਕੋਈ ਵਿਰੋਧੀ ਟਰੋਲ ਕਰਦੇ ਕਰੀ ਜਾਵੇ, ਕੀ ਫਰਕ ਪੈਂਦਾ ਹੈ? ਜੇ 100 ਤੁਹਾਨੂੰ ਗਾਲਾਂ ਕੱਢਦੇ ਆ ਤੇ 200 ਤੁਹਾਡੀ ਸੱਚ ਵਾਲੀ ਗੱਲ ਵੀ ਸੁਣਦੇ ਆ। ਇਹ ਦੇਸ਼ ਅਜੇ ਇੰਨਾ ਵੀ ਕਮਜ਼ੋਰ ਨਹੀਂ ਹੋਇਆ ਵੀ ਅਸੀਂ ਸਭ ਕੁਝ ਛੱਡ ਕੇ ਬਹਿ ਜਾਈਏ ਤੇ ਈਨ ਮੰਨ ਲਈਏ। ਨਹੀਂ, ਆਜ਼ਾਦੀ ਦਾ ਘੁਲਾਟਾ ਬੰਦਾ ਹਮੇਸ਼ਾ ਆਪਣੀ ਜ਼ਿੰਦਗੀ 'ਚ ਇਹੀ ਯਤਨ ਕਰਦਾ ਹੈ, ਗਿਣਤੀ ਭਾਵੇਂ ਥੋੜੀ ਹੋਵੇ ਭਾਵੇਂ ਜ਼ਿਆਦਾ ਹੋਵੇ। ਚਮਕੌਰ ਦੀ ਗੜੀ ਨੂੰ ਘੇਰਨ ਵਾਲੇ 10 ਲੱਖ ਸਨ, ਪਰ ਅੰਦਰ 40 ਦੇ ਜਕਾਰਿਆਂ ਨੂੰ ਜੋਗੀ ਕਹਿੰਦਾ ਹੈ ਇੰਜ ਜਕਾਰਾ ਛੱਡਦਾ ਸੀ ਜਿਵੇਂ ਧਰਤੀ ਤੇ ਅੰਬਰ ਇੱਕ ਕਰਕੇ ਥਰਾ ਜਾਂਦਾ ਹੋਵੇ ਸਭ ਕੁਝ। ਉਹਨਾਂ ਦੀ ਆਵਾਜ਼ ਬੜੀ ਬੁਲੰਦ ਸੀ। ਸਤਿਗੁਰੂ ਕਿਰਪਾ ਕਰੇ ਅਸੀਂ ਉਹਨਾਂ ਮਹਾਨ ਗੁਰਸਿੱਖਾਂ ਨੂੰ ਪ੍ਰਣਾਮ ਹੋ ਸਕੀਏ ਤੇ ਗੁਰੂ ਸਾਹਿਬ ਦੇ ਬਚਨ ਜਿਹੜੇ ਆ, ਇਨ ਪੁੱਤਰਨ ਕੇ ਸੀਸ ਪਰ ਵਾਰ ਦੀਏ ਸੁਤ ਚਾਰ ਮੂਏ ਤੋਂ ਕਿਆ ਹੁਆ ਜੀਵਤ ਕਈ ਹਜ਼ਾਰ। ਉਹਨਾਂ ਹਜ਼ਾਰਾਂ ਵਿੱਚ ਸਾਹਿਬਜ਼ਾਦਿਆਂ ਵਾਲੀ ਜੁਰਤ, ਸਪੇਟ, ਵਿਸ਼ਵਾਸ, ਭਰੋਸਾ ਤੇ ਸਿਦਕ ਭਰ ਸਕੇ ਤੇ ਆਪਣੇ ਆਪ ਨੂੰ ਸਾਂਭ ਸਕੀਏ। ਸੱਚਾ ਪਾਤਸ਼ਾਹ ਕਿਰਪਾ ਕਰੇ। ਮਹਾਨ ਗੁਰਸਿੱਖਾਂ ਨੂੰ ਕੋਟਾਨ ਕੋਟ ਪ੍ਰਣਾਮ ਹੈ। ਤੁਸੀਂ ਸਾਰੇ ਚੱਲ ਕੇ ਆਏ ਹੋ, ਸਭ ਦਾ ਧੰਨਵਾਦ ਹੈ। ਸਮਾਗਮ ਤੇ ਲੰਮਾ ਉਲੀਕਿਆ ਸੀ, ਪਰ ਚਲੋ ਮਾਹੌਲ ਦੇ ਹਿਸਾਬ ਨਾਲ ਕੁਝ ਤਬਦੀਲੀ ਹੋਈ ਹੈ। ਫਿਰ ਵੀ ਬਹੁਤ ਸੋਹਣਾ ਇਕੱਠ ਬਣਿਆ। ਆਪਾਂ ਸਾਰਿਆਂ ਨੇ ਯਤਨ ਕਰਨਾ ਹੈ। ਜਿੱਥੇ ਅਰਦਾਸ ਸਾਹਿਬਜ਼ਾਦਿਆਂ ਦੇ ਵਾਸਤੇ ਹੈ, ਉੱਥੇ ਆਪਣੇ ਹੱਕਾਂ ਲਈ ਵੀ ਬੇਨਤੀ ਹੈ। ਇੱਥੋਂ ਤੱਕ ਕੌਮ ਨੂੰ ਇਹ ਵੰਗਾਰ ਵੀ ਹੈ ਵੀ ਖਾਲਸਾ ਜੀ ਗੁਰੂ ਤੇ ਵਿਸ਼ਵਾਸ ਰੱਖ ਕੇ ਅਰਦਾਸ ਅਸੀਂ ਸਾਰੇ ਕਰਿਆ ਕਰੀਏ ਆਪਣੇ ਪਿੰਡਾਂ ਦੇ ਗੁਰਦੁਆਰੇ ਸਾਹਿਬ 'ਚ। ਇਹ ਵੀ ਇੱਕ ਜੰਗ ਹੈ ਜੀ, ਜੰਗ ਜਿੱਤਣ ਵਾਲੀ ਗੱਲ ਹੈ। ਅਸੀਂ ਨਿਤਨੇਮ ਕਰੀਏ ਤਾਂ ਬੇਨਤੀ ਕਰੀਏ, ਗੁਰੂ ਸਾਹਿਬ ਸਾਡੇ ਤੇ ਕਿਰਪਾ ਕਰਨ, ਜੋਸ਼ ਹੋਸ਼ ਸਾਡਾ ਬਰਕਰਾਰ ਰਵੇ। ਦੁਸ਼ਮਣੀ ਸਾਡੀ ਕਿਸੇ ਨਾਲ ਨਹੀਂ। ਇਹ ਸਾਰੀ ਦੁਨੀਆ ਸਿੱਖ ਦੀ ਹੈ ਤੇ ਸਿੱਖ ਸਾਰੀ ਦੁਨੀਆ ਦਾ ਹੈ। ਪਰ ਹਾਂ, ਉਦੋਂ ਵਿਰੋਧਤਾ ਪੈਦਾ ਹੁੰਦੀ ਹੈ ਜਦੋਂ ਕੋਈ ਕਿਸੇ ਦੇ ਹੱਕ ਖੋਹਦਾ ਤੇ ਉਹ ਗੁਰੂ ਕੇ ਸਿੱਖ ਨੂੰ ਚੰਗਾ ਨਹੀਂ ਲੱਗਦਾ। ਬਸ ਇੰਨਾ ਕੁ ਮਸਲਾ ਹੈ, ਅਸੀਂ ਸਾਰੇ ਸਮਝੀਏ। ਭੁੱਲ ਚੁੱਕ ਦੀ ਖਿਮਾ। ਧੰਨਵਾਦ। ਆਓ ਸਾਰੇ ਮਿਲ ਕੇ ਆਨੰਦ ਸਾਹਿਬ ਦਾ ਜਾਪ ਕਰੀਏ, ਉਸ ਤੋਂ ਬਾਅਦ ਆਪਾਂ ਅਰਦਾਸ ਵਿੱਚ ਸ਼ਾਮਲ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।